ਬਾਣੀ ਸਦਨੇ ਕੀ। ਇਹ ਸਦਨਾ ਭਗਤ ਜੀ ਦੀ ਬਾਣੀ ਧੰਨ ਸਤਿਗੁਰੂ ਅਰਜਨ ਦੇਵ ਜੀ ਸਾਹਿਬ ਮਹਾਰਾਜ ਭਾਈ ਗੁਰਦਾਸ ਜੀ ਦੇ ਪਾਸੋਂ ਬਿਲਾਵਲ ਰਾਗ ਦੇ ਅੰਤ ਵਿੱਚ ਦਰਜ ਕਰਵਾ ਰਹੇ ਹਨ। ਰਾਗ ਬਿਲਾਵਲ। ਬਿਲਾਵਲ ਰਾਗ ਦੇ ਵਿੱਚ ਭਗਤ ਸਦਨਾ ਜੀ ਦੀ ਬਾਣੀ ਲਿਖਵਾ ਰਹੇ ਨੇ। ਇੱਕੋ ਓੰਕਾਰ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ। ਜੋ ਕਿ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੁੰਦਾ ਹੈ। ਨ੍ਰਿਪ ਕੰਨਿਆ ਕੇ ਕਾਰਨ। ਸਾਧ ਸੰਗਤ ਜੀਓ, ਇਹ ਜੋ ਪਾਵਨ ਸ਼ਬਦ ਹੈ ਭਗਤ ਸਦਨਾ ਜੀ ਨੇ ਉਸ ਵਕਤ ਉਚਾਰਿਆ ਜਦ ਕਿ ਉਹਨਾਂ ਨੂੰ ਨੀਂਦ ਦੇ ਵਿੱਚ ਚਿਣਿਆ ਜਾ ਰਿਹਾ ਸੀ। ਤੇ ਵਾਹਿਗੁਰੂ ਜੀ ਦੇ ਚਰਨਾਂ 'ਚ ਭਗਤ ਸਦਨਾ ਜੀ ਨੇ ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ, ਹੇ ਵਾਹਿਗੁਰੂ, ਕਿਰਪਾ ਕਰੋ, ਮੇਰੀ ਰੱਖਿਆ ਕਰੋ। ਤਾਂ ਆਕਾਸ਼ਬਾਣੀ ਦੁਆਰਾ ਵਾਹਿਗੁਰੂ ਜੀ ਨੇ ਆਖਿਆ ਕਿ ਸਦਨਾ ਜੀ, ਤੇਰਾ ਕੋਈ ਪਿਛਲੇ ਜਨਮ ਦਾ ਕਰਮ ਐਸਾ ਹੈ, ਤੂੰ ਨੀਂਦ ਦੇ ਵਿੱਚ ਚਿਣ ਕੇ ਖਤਮ ਹੋਣਾ ਹੈ, ਮਰਨਾ ਹੈ, ਤੇ ਤੂੰ ਮਰ ਜਾ। ਮਰੇ ਤੋਂ ਬਾਅਦ ਮੈਂ ਤੈਨੂੰ ਮੁਕਤ ਕਰ ਦੇਵਾਂਗਾ। ਕਹਿੰਦਾ ਵਾਹ ਬਈ ਵਾਹ ਮਹਾਰਾਜ, ਮੈਂ ਤਾਂ ਮਰ ਗਿਆ ਤਰਲੇ ਮਾਰਦਾ, ਦੁਨੀਆ ਦੇ ਭਾਣੇ ਤਾਂ ਮੈਂ ਫਿਰ ਐਵੇਂ ਹੀ ਗਲਤੀ ਵਾਲਾ ਹੋਇਆ, ਗੁਨਾਹਗਾਰ ਹੋ ਗਿਆ। ਸੰਸਾਰ ਨੂੰ ਕਿਵੇਂ ਪਤਾ ਲੱਗੂਗਾ ਜੇ ਦੁਨੀਆ ਦੇ ਸਾਹਮਣੇ ਭਗਤ ਰੋਂਦਾ ਮਰ ਗਿਆ, ਤਾਂ ਫਿਰ ਕੋਈ ਨਾਮ ਕਿਵੇਂ ਜਪੂਗਾ ਦੱਸੋ। ਲੋਕ ਕਹਿਣਗੇ ਵੀ ਮਹਾਰਾਜ ਰੱਖਿਆ ਤਾਂ ਕਰਦਾ ਕੋਈ ਨਹੀਂ। ਇਸ ਸ਼ਬਦ ਦੇ ਵਿੱਚ ਭਗਤ ਜੀ ਨੇ ਉਦਾਹਰਨਾਂ ਦਿੱਤੀਆਂ ਨੇ ਕਿ ਬੰਦਾ ਡੁੱਬ ਕੇ ਮਰ ਗਿਆ, ਮੁੜ ਕੇ ਭਾਵੇਂ ਜਹਾਜ਼ ਭਜਾਈ ਫਿਰੋ, ਮਰਨ ਵਾਲਾ ਤਾਂ ਮਰ ਗਿਆ, ਲਾਸ਼ ਨੇ ਤਾਂ ਮੁੜ ਕੇ ਤਾਰੀ ਪੈਣਾ। ਆਨੰਦ ਤਾਂ ਹੈ ਜੇ ਡੁੱਬਦੇ ਬੰਦੇ ਨੂੰ ਬਚਾਓ, ਮੁੜ ਕੇ ਭਾਵੇਂ 1000 ਬੇੜੀ ਉਹਦੇ ਲੈ ਕੇ ਦੁਆਲੇ ਤੁਰੇ ਫਿਰੋ, ਫਿਰ ਤਾਂ ਕੋਈ ਫਾਇਦਾ ਨਹੀਂ। ਤੋ ਇਸ ਤਰ੍ਹਾਂ ਮੂਏ ਹੋਏ ਜੋ ਮੁਕਤ ਦੇ ਹੋ ਗਏ, ਮੁਕਤ ਨਾ ਜਾਣੇ ਕੋਇਲਾ। ਮਰੇ ਤੋਂ ਬਾਅਦ ਮੁਕਤੀ ਦੇ ਦਿੱਤੀ ਤਾਂ ਕੌਣ ਜਾਣੂਗਾ ਕਿ ਸਦਨਾ ਜਾਂ ਨਾਮਦੇਵ ਮੁਕਤ ਹੋਇਆ। ਰਾਮਦੇਵ ਨੇ ਵੀ ਰੋਂਦਿਆਂ ਆਖਿਆ ਸੀ ਮਹਾਰਾਜ ਵੀ ਇਹਨਾਂ ਪਤਾ ਨੇ ਮੈਨੂੰ ਧੱਕੇ ਮਾਰ ਕੇ ਮੰਦਿਰ 'ਚੋਂ ਬਾਹਰ ਕੱਢਿਆ। ਜੇ ਤੂੰ ਕਹੇ ਵੀ ਅਸੀਂ ਰੋਂਦੇ ਰਹੀਏ, ਇਸ ਤਰ੍ਹਾਂ ਦਾ ਗੱਲ ਬਣਦੀ ਕੋਈ ਨਹੀਂ। ਰੋਣ ਧੋਣ ਦੇ ਵਿੱਚ ਸਾਡੀ ਜ਼ਿੰਦਗੀ ਲੰਘ ਜਾਏ, ਇਸ ਤਰ੍ਹਾਂ ਹੀ ਮਰ ਮੁਰ ਜਾਈਏ, ਅਤੇ ਲੋਕ ਤਾਂ ਇਹੀ ਕਹਿਣਗੇ ਕਿ ਭਗਤ ਰੋਂਦੇ ਮਰ ਗਏ। ਆਨੰਦ ਤਾਂ ਹੈ ਵੀ ਹੁਣ ਇਹਨਾਂ ਪੰਡਤਾਂ ਨੂੰ ਦਿਖਾ। ਫਿਰ ਮਹਾਰਾਜ ਨੇ ਦੇਹਰਾ ਫੇਰਿਆ, ਫੇਰ ਦੀਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਤੋ ਇੰਝ ਸਾਧ ਸੰਗਤ ਜੀਓ, ਇਹ ਭਗਤਾਂ ਦਾ ਪਿਆਰ ਹੈ ਵਾਹਿਗੁਰੂ ਜੀ ਦੇ ਨਾਲ। ਹੋਇਆ ਇੰਝ, ਭਗਤ ਸਦਨਾ ਜੀ ਕਸਾਈ ਸੀਗੇ। ਬੱਕਰੀਆਂ ਨੂੰ ਵੱਢ ਟੁੱਕ ਕੇ ਉਹਨਾਂ ਦਾ ਮਾਸ ਵੇਚਣ ਦਾ ਕੰਮ ਕਰਦੇ ਸੀ। ਰਹਿੰਦੇ ਸੀ ਸਿੰਧ ਹੈਦਰਾਬਾਦ ਦੇ ਇਲਾਕੇ ਸੇਵਾਨ ਨਾਮੇ ਨਗਰ 'ਚ, ਸੱਖਰ ਭਖਰ ਦੇ ਕੋਲ, ਰੋੜੀ ਕੋਲ ਨਿਵਾਸ ਕਰਦੇ ਸੀ। ਕਿਉਂਕਿ ਪਰਮਾਤਮਾ ਵੱਲੋਂ ਜਨਮ ਹੀ ਕਸਾਈਆਂ ਦੇ ਘਰ ਦਾ ਸੀ, ਜਿਹੜੇ ਬੱਕਰੇ ਨੂੰ ਕੋਹ ਕੇ ਮਾਸ ਵੇਚਣ ਦਾ ਕੰਮ ਕਰਦੇ। ਸਿਪਾਹੀ ਇੱਕ ਜਿਹੜਾ ਸੀ ਸਰਕਾਰੀ ਬੰਦਾ ਡੇਲੀ, ਉਹ ਇਹਨਾਂ ਦੇ ਕੋਲ ਮਾਸ ਲੈ ਕੇ ਜਾਂਦਾ ਸੀਗਾ। ਅਤੇ ਜਦ ਇੱਕ ਦਿਨ ਆਇਆ ਅਤੇ ਇਹਨਾਂ ਨੇ ਸਾਰਾ ਮਾਸ ਵੇਚ ਦਿੱਤਾ।
ਉਹਨੇ ਆਖਿਆ ਵੀ ਮੈਂ ਤਾਂ ਡੇਲੀ ਦਾ ਗਾਹਕ ਹਾਂ, ਹੁਣ ਮੈਨੂੰ ਜਿੱਥੋਂ ਮਰਜ਼ੀ ਲਿਆ ਕੇ ਦੇ। ਜੀ ਅੱਜ ਤੂੰ ਮੈਨੂੰ ਮਾਸ ਨਾ ਦਿੱਤਾ, ਮੈਂ ਕਿਸੇ ਹੋਰ ਦਾ ਗਾਹਕ ਬਣ ਜਾਵਾਂਗਾ, ਫਿਰ ਰੋਜ਼ ਦਾ ਮੈਂ ਤਾਂ ਉੱਥੋਂ ਹੀ ਲਾਂਗਾ। ਭਗਤ ਜੀ ਨੇ ਸੋਚਿਆ ਕਿ ਕੱਲ੍ਹ ਇਕਾਦਸ਼ੀ ਦਾ ਵਰਤ ਲੋਕਾਂ ਨੇ ਰੱਖਣਾ ਹੈ, ਅੱਜ 10ਵੀਂ ਹੈ। ਜੇ ਪੂਰੇ ਦਾ ਪੂਰਾ ਬੱਕਰਾ ਵੱਢਿਆ, ਗਰਮੀ ਬਹੁਤੀ ਹੈ, ਮਾਸ ਬੁੱਸ ਜਾਏਗਾ, ਖਰਾਬ ਹੋ ਜਾਏਗਾ। ਇੰਝ ਕਰਦਾ, ਮੈਂ ਕੁਛ ਅੰਗ ਉਹਦੇ ਕੱਟ ਕੇ ਦੇ ਦਿੰਦਾ। ਛੁਰੀ ਲੈ ਕੇ ਉਹਦੇ ਗੁਪਤ ਅੰਗਾਂ ਦੇ ਜਦ ਚਲਾਉਣ ਲੱਗਾ ਤਾਂ ਵੈਸੇ ਬੱਕਰਾ ਨਾ ਬੋਲਦਾ ਨਾ ਹੱਸਦਾ ਹੈ, ਪਰ ਸਿਆਣਿਆਂ ਦਾ ਕਹਿਣਾ ਕਿ ਜਦ ਬੰਦੇ ਦੇ ਕਰਮ ਤੇਜ਼ ਹੁੰਦੇ ਨੇ ਤਾਂ ਕੰਧਾਂ ਵੀ ਬੋਲਦੀਆਂ ਨੇ। ਜਿਵੇਂ ਕੰਧਾਂ ਬੋਲਦੀਆਂ ਨਹੀਂ, ਪਰ ਲੋਕਾਂ ਦੀ ਕਹਾਵਤ ਹੈ ਵੀ ਕੰਧਾਂ ਵੀ ਬੋਲ ਕੇ ਸਮਝਾਉਂਦੀਆਂ ਨੇ ਵੀ ਬੰਦਿਆ, ਇਹ ਭਲਿਆ ਪੁਰਸ਼ਾ ਕੰਮ ਤੂੰ ਨਾ ਕਰ, ਆਹ ਕੰਮ ਮਾੜਾ ਹੈ। ਸਮਝ ਲਓ ਵੀ ਰੱਬ ਹੀ ਬੋਲਿਆ। ਹੁਣ 60 ਵੀ ਤਾਂ ਉਹੀ ਬੁਲਾ ਰਿਹਾ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ। ਤੇ ਬੱਕਰੇ 'ਚ ਵੀ ਉਹ ਬੋਲ ਸਕਦਾ ਹੈ, ਮਹਾਰਾਜ ਕੁਛ ਵੀ ਕਰ ਸਕਦਾ। ਸਾਧ ਸੰਗਤ ਜੀ, ਉਹ ਪਹਿਲਾਂ ਤਾਂ ਬੱਕਰਾ ਹੱਸਿਆ, ਸਮਝ ਲਓ ਵੀ ਰੱਬ ਹੀ ਹੱਸਿਆ। ਸਦਨੇ ਦੇ ਕਰਮ ਦੇਖ ਕੇ ਕਹਿਣ ਲੱਗਾ ਵੀ ਹੱਸਦਾ ਕਿਉਂ ਪਿਆ ਹੋਏ। ਉਹ ਮੁੜ ਕੇ ਬੋਲਿਆ, ਕਹਿੰਦਾ ਕੋਈ ਨਹੀਂ ਕੋਈ ਨਹੀਂ, ਤੂੰ ਆਪਦਾ ਕੰਮ ਕਰ, ਤੂੰ ਮੈਥੋਂ ਕੀ ਲੈਣਾ। ਕਹਿੰਦਾ ਨਹੀਂ ਦੱਸ। ਕਹਿੰਦਾ ਕਈ ਜਨਮਾਂ ਦਾ ਆਪਣਾ ਲੈਣ ਦੇਣ ਹੈ, ਕਈ ਜਨਮਾਂ 'ਚ ਤੂੰ ਬੱਕਰਾ ਬਣਿਆ, ਕਈ ਜਨਮਾਂ 'ਚ ਮੈਂ ਬਣਿਆ, ਇੱਕ ਦੂਜੇ ਨੂੰ ਆਪਾਂ ਵੱਢ ਕੱਟ ਕੇ ਵੇਚਦੇ ਆਏ ਹਾਂ। ਅੱਜ ਨਵੀਂ ਭਾਜੀ ਚੜ੍ਹਨ ਲੱਗਾ ਮਿੱਤਰਾ, ਭਾਵੇਂ 2.5 ਛੁਰੀਆਂ ਫੇਰ ਕੇ ਫਿਰ ਵੀ ਮਿੰਟਾਂ ਸਕਿੰਟਾਂ 'ਚ ਜਾਨ ਤਾਂ ਨਿਕਲ ਜਾਂਦੀ ਹੈ, ਪਰ ਤੂੰ ਮੈਨੂੰ ਤੜਫਾਏਂਗਾ ਇੱਕ ਦਿਨ ਪੂਰਾ। ਤੇ ਇਹ ਤੂੰ ਨਵੀਂ ਭਾਜੀ ਚਾੜ ਰਿਹਾ ਹੈ, ਮੈਂ ਕੱਲ੍ਹ ਸਾਰੀ ਦਿਹਾੜੀ ਤੜਫਦਾ ਰਹੂੰ ਗਰਮੀ ਦੇ ਵਿੱਚ। ਤੇ ਪੁੱਤ ਇਹ ਹੁਣ ਤੂੰ ਹਿਸਾਬ ਲਾ ਲਾ ਵੀ ਤੂੰ ਵੀ ਮੁੜ ਕੇ ਤੜਫੇਂਗਾ, ਕਿਉਂਕਿ ਲੇਖਾ ਲੇਵਾ ਤਿਲ ਜਿਉਂ ਪੀੜੀ, ਇਹ ਤਾਂ ਲੈਣ ਦੇਣ ਚੱਲਦਾ ਹੀ ਰਹਿੰਦਾ ਹੈ। ਮੈਂ ਮੁੜ ਕੇ ਤੇਥੋਂ ਲੇਖਾ ਲਾਂਗਾ। ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਇਹਨੂੰ ਪਤਾ ਲੱਗਾ, ਕਹਿੰਦਾ ਵੀ ਮੈਂ ਤਾਂ ਸਹਿਗਦਾ ਸਹਿਗਦਾ ਦੁੱਖ ਸਹਾਰ ਲਵਾਂਗਾ, ਤੂੰ ਆਪਣੇ ਬਾਰੇ ਸੋਚ ਵੀ ਤੂੰ ਕਿਵੇਂ ਸਹਾਰੇਂਗਾ। ਇਸ ਤਰ੍ਹਾਂ ਸੁਣ ਕੇ ਭਗਤ ਸਧਨਾ ਜੀ ਦੇ ਕਰਮ ਜਾਗ ਪਏ, ਉਹ ਘਬਰਾ ਗਏ। ਨਹੀਂ ਤਾਂ ਕਸਾਈ ਦੇ ਮਨ ਵਿੱਚ ਦਇਆ ਨਹੀਂ ਆਉਂਦੀ। ਬਾਣੀ ਦਾ ਫੈਸਲਾ ਹੈ, ਮਹਾਂ ਕਸਾਵ ਛੁਰੀ ਸੱਟ ਪਾਈ। ਭਗਤ ਜੀ ਨੇ ਛੁਰੀ ਸੁੱਟ ਦਿੱਤੀ। ਸਿਪਾਹੀ ਨੂੰ ਆ ਕੇ ਜਵਾਬ ਦਿੱਤਾ ਵੀ ਭਲਿਆ ਮਾਨਸ, ਮੈਂ ਤਾਂ ਹੁਣ ਕੰਮ ਛੱਡਿਆ, ਮੈਂ ਨਹੀਂ ਤੈਨੂੰ ਮਾਸ ਦੇ ਸਕਦਾ। ਉਸੇ ਦਿਨ ਤੋਂ ਬਹੁਤ ਵੈਰਾਗ ਹੋ ਗਿਆ, ਕਸਾਈ ਪੁਣਾ ਇਹਨਾਂ ਛੱਡਤਾ। ਵੈਰਾਗ ਦੀ ਹਾਲਤ ਵਿੱਚ ਸਧਨਾ ਜੀ ਬਾਹਰ ਬੈਠੇ ਹੋਏ ਸਨ। ਇੱਕ ਵੈਸ਼ਨੋ ਮਹਾਤਮਾ ਇਹਨਾਂ ਨੂੰ ਮਿਲਿਆ। ਜਿਹਦਾ ਰੱਬ ਨੇ ਭਲਾ ਕਰਨਾ ਹੋਵੇ ਉਹਨੂੰ ਮਹਾਤਮਾ ਵੀ ਬੁਲਾਉਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਉਹਨੇ ਕਿਹਾ ਤੂੰ ਕਸਾਈ ਹੋ ਕੇ ਬਹੁਤ ਉਦਾਸ ਬੈਠਾ ਹੋਇਆ, ਕੀ ਕਾਰਨ ਹੈ। ਇਹਨੇ ਸਾਰੀ ਵਾਰਤਾ ਕਹਿ ਸੁਣਾਈ। ਅੱਗੋਂ ਮਹਾਤਮਾ ਨੇ ਆਖਿਆ ਕਿ ਤੂੰ ਹੁਣ ਕਸਾਈ ਪੁਣਾ ਦਾ ਛੱਡ ਹੀ ਦਿੱਤਾ, ਤੇ ਭਾਈ ਰਾਮ ਰਾਮ ਤਾਂ ਜਪਿਆ ਕਰ, ਵਾਹਿਗੁਰੂ ਵਾਹਿਗੁਰੂ ਰੱਬ ਦਾ ਨਾਮ ਤਾਂ ਜਪਿਆ ਕਰ। ਇਹਨੇ ਉਦੋਂ ਤੋਂ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਆਪਦੇ ਪਿਓ ਨੂੰ ਇਸ ਤਰ੍ਹਾਂ ਦਾ ਵੇਖ ਕੇ ਇਹਦੇ ਪੁੱਤ ਬੜੇ ਫਿਕਰਮੰਦ ਹੋਏ ਵੀ ਹੁਣ ਖਾਵਾਂਗੇ ਕੀ, ਸਾਡਾ ਤਾਂ ਰੋਜ਼ੀਨਾ ਹੀ ਇਸ ਤਰ੍ਹਾਂ ਚੱਲਦਾ ਸੀ। ਉਹ ਕਹਿਣ ਲੱਗੇ, ਹੇ ਪਿਤਾ, ਜੇ ਤੂੰ ਇਹ ਕੰਮ ਨਹੀਂ ਕਰਨਾ ਤਾਂ ਕਤਲ ਅਸੀਂ ਕਰ ਦਿਆ ਕਰਾਂਗੇ, ਬੱਕਰਾ ਅਸੀਂ ਵੱਢ ਦਿਆ ਕਰਾਂਗੇ, ਤੂੰ ਦੁਕਾਨ 'ਤੇ ਬੈਠਾ ਮਾਸ ਵੇਚੀ ਜਾਈ। ਕਹਿੰਦਾ ਚੰਗਾ। ਇਹ ਕੁਝ ਚਿਰ ਤਾਂ ਮਾਸ ਵੇਚਦਾ ਰਿਹਾ, ਪਰ ਅੰਦਰੋਂ ਪਰਮਾਤਮਾ ਦੇ ਨਾਮ ਜਪਣ ਕਰਕੇ ਪ੍ਰੇਮ ਇਹੋ ਜਿਹਾ ਪੈਦਾ ਹੋਇਆ, ਇਹਨੇ ਮਾਸ ਵੇਚਣਾ ਵੀ ਛੱਡ ਦਿੱਤਾ ਤੇ ਰੱਬ ਦੀ ਬੰਦਗੀ ਦੇ ਵਿੱਚ ਜੁੜ ਗਿਆ। ਕਿਉਂਕਿ ਸਾਡੀ ਰੋਜੀ ਰੋਟੀ ਦਾ ਸਾਧਨ ਵੀ ਐਸਾ ਹੋਣਾ ਚਾਹੀਦਾ
ਜਿਹਦੇ ਵਿੱਚ ਕੋਈ ਪਾਪ ਨਾ ਹੋਵੇ, ਕਿਉਂਕਿ ਪਾਪ ਕਰੇ ਤਾਂ ਪਛੋਤਾਵੇ। ਤੋ ਇਸ ਵਾਸਤੇ ਪਾਪ ਕਰੇ ਪੰਚਾਂ ਕੇ ਬਸ ਰੇ। ਇਉਂ ਮਹਾਰਾਜ ਨੇ ਪਾਪ ਕਰਨ ਤੋਂ ਰੋਕਿਆ ਹੈ। ਰੋਜ਼ੀਨਾ ਜਿਹੜਾ ਹੈ ਉਹ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ। ਸੋ ਇਹ ਮਹਾਰਾਜ ਨੇ ਬਾਣੀ ਦੇ ਵਿੱਚ ਉਪਦੇਸ਼ ਬਖਸ਼ਿਆ ਕਿ ਭਾਈ ਜਿਹੜੀ ਰੋਜੀ ਰੋਟੀ ਦਾ ਸਾਧਨ ਹੈ ਉਹ ਧਰਮ ਦੇ ਮੁਤਾਬਕ ਸੱਚਾ ਤੇ ਸੁੱਚਾ ਰੱਖੋ। ਇਹ ਸਭ ਕੁਝ ਛੱਡ ਕੇ ਨਾਮ ਰੰਗ ਦੇ ਵਿੱਚ ਰੰਗਿਆ ਰਹਿਣ ਲੱਗ ਪਿਆ। ਇੱਕ ਦਿਨ ਉੱਥੋਂ ਦੇ ਲੋਕਾਂ ਨੇ ਕਿਹਾ ਵੀ ਤੀਰਥ ਯਾਤਰਾ 'ਤੇ ਅਸੀਂ ਚੱਲੇ ਹਾਂ ਅਤੇ ਤੂੰ ਵੀ ਵੈਸ਼ਨੂ ਮਹਾਤਮਾ ਦੀ ਸੰਗਤ ਕਰਕੇ ਵਿਸ਼ਨੂੰ ਭਗਤ ਹੋ ਗਈਆਂ, ਚੱਲ ਪ੍ਰਯਾਗਰਾਜ ਤੀਰਥ ਦੀ ਯਾਤਰਾ 'ਤੇ ਜਾ ਆਈਏ। ਇਹ ਯਾਤਰਾ 'ਤੇ ਜਾਣ ਲਈ ਤਿਆਰ ਹੋ ਗਿਆ। ਜਦ ਇਹ ਯਾਤਰਾ ਕਰਦਾ ਸਰਹੰਦ 'ਚ ਆਇਆ ਤਾਂ ਇੱਕ ਘਰੋਂ ਪੀਣ ਵਾਸਤੇ ਨੇ ਪਾਣੀ ਮੰਗਿਆ। ਉਹ ਬੀਬੀ ਨੌਜਵਾਨ ਦਾ ਮਨ ਇਹਦੇ 'ਤੇ ਉਟਕ ਗਿਆ ਅਤੇ ਉਹਨੇ ਇਹਨੂੰ ਕੁਕਰਮ ਲਈ ਪ੍ਰੇਰਿਆ। ਭਗਤ ਜੀ ਕਹਿਣ ਲੱਗੇ ਕਿ ਹਰੇਕ ਨੂੰ ਆਪ ਆਪਣੇ ਪਤ ਵਰਤਾ ਸਤ ਵਰਤਾ ਧਰਮ ਦੇ ਵਿੱਚ ਪਰਪੱਕ ਰਹਿਣਾ ਚਾਹੀਦਾ ਹੈ। ਅਤੇ ਉਹਨੇ ਕੀ ਕੀਤਾ, ਛੁਰੀ ਲਈ ਬਿਮਾਰ ਪਏ ਆਪਣੇ ਪਤੀ ਦਾ ਸਿਰ ਵੱਢ ਕੇ ਇਹਦੇ ਕੋਲ ਲੈ ਆਈ। ਕਹਿਣ ਲੱਗੀ ਵੇਖ, ਇਹ ਤਾਂ ਨਿਕੰਮਾ ਬਿਮਾਰ ਸੀਗਾ, ਤੂੰ ਇਹਦੇ ਤੋਂ ਡਰਦਾ ਸੀ। ਹੁਣ ਤੈਨੂੰ ਕੁਛ ਵੀ ਡਰ ਕਰਨ ਦੀ ਲੋੜ ਨਹੀਂ ਹੈ। ਤੂੰ ਮੇਰੀ ਗੱਲ ਮੰਨ, ਜੇ ਨਹੀਂ ਮੰਨੇਗਾ ਤਾਂ ਫਿਰ ਇਹਦਾ ਹਸ਼ਰ ਮਾੜਾ ਹੋਊਗਾ। ਭਗਤ ਜੀ ਘਬਰਾ ਗਏ, ਇਹ ਕੀ ਹੋ ਗਿਆ। ਤੋ ਸਾਧ ਸੰਗਤ ਜੀਓ, ਜਿਸ ਵਕਤ ਭਗਤ ਜੀ ਬਾਹਰ ਨੂੰ ਜਾਣ ਲੱਗੇ, ਭੱਜਣ ਲੱਗੇ, ਉਹਨੇ ਰੌਲਾ ਪਾਤਾ ਕਿ ਇਹਨੇ ਮੇਰਾ ਪਤੀ ਮਾਰ ਦਿੱਤਾ। ਹਾਕਮਾਂ ਨੇ ਫੜ ਕੇ ਇੱਕ ਮਕਬਰੇ 'ਚ ਬੰਦ ਕਰਤਾ। ਹਾਕਮਾਂ ਨੇ ਵੇਖਿਆ ਵੀ ਇਹ ਆਦਮੀ ਕਿਸੇ ਦਾ ਕਤਲ ਕਰਨ ਵਾਲਾ ਲੱਗਦਾ ਤਾਂ ਨਹੀਂ ਹੈ। ਸਦਨੇ ਤੋਂ ਪੁੱਛਿਆ ਤੇ ਕਤਲ ਤੂੰ ਕਿਉਂ ਕੀਤਾ? ਉਹਨੇ ਸਾਰਾ ਹਾਲ ਕਹਿ ਸੁਣਾਇਆ। ਹਾਕਮਾਂ ਨੇ ਉਸ ਇਸਤਰੀ ਦਾ ਕਸੂਰ ਜਾਣ ਕੇ ਸਦਨੇ ਨੂੰ ਰਿਹਾ ਕਰ ਦਿੱਤਾ। ਸਾਧ ਸੰਗਤ ਜੀ, ਉਸ ਸਰਹੰਦ 'ਚ ਜਿੱਥੇ ਸਦਨਾ ਜੀ ਨੂੰ ਕੈਦ ਕੀਤਾ ਸੀ, ਉੱਥੇ ਇੱਕ ਮਕਬਰਾ ਉਹ ਬਣਿਆ ਹੋਇਆ ਅਜੇ ਤੱਕ ਵੀ, ਜਿੱਥੇ ਅਕਾਲੀ ਲਹਿਰ ਦੇ ਵੇਲੇ ਸਿੰਘਾਂ ਨੇ 7100 ਅਖੰਡ ਪਾਠ ਸਾਹਿਬ ਕੀਤਾ ਸੀ। ਅਤੇ ਇੰਝ ਵੀ ਪਹਿਲਾਂ ਮੈਂ ਸੁਣਿਆ ਕਿ ਇੱਥੇ ਹੀ ਉਹਨਾਂ ਨੂੰ ਜਦ ਨੀਂਹ ਵਿੱਚ ਚਿਣਨ ਦਾ ਹੁਕਮ ਦਿੱਤਾ ਅਤੇ ਉਹ ਨੀਂਹ ਡਿੱਗ ਪਈ। ਵਾਹਿਗੁਰੂ ਦੀ ਕਿਰਪਾ ਨਾਲ ਕੰਧ ਡਿੱਗਣ ਤੋਂ ਇੱਟਾਂ ਉੱਡ ਕੇ ਹਾਕਮਾਂ ਨੂੰ ਵੱਜੀਆਂ ਅਤੇ ਉਹਨਾਂ ਨੇ ਇਹ ਵੇਖਿਆ ਕਿ ਇਹ ਬੰਦਾ ਕੋਈ ਤਾਕਤ ਵਾਲਾ ਰੱਬ ਦਾ ਭਗਤ ਜਾਪਦਾ। ਉਹਨਾਂ ਨੇ ਉਸ ਜਨਾਨੀ ਦਾ ਕਸੂਰ ਜਾਣ ਕੇ ਉਹਨੂੰ ਨੀਂਹ ਚਿਣ ਦਿੱਤਾ। ਪਰ ਸੋ ਇੱਥੇ ਇਹੀ ਜ਼ਿਕਰ ਆ ਰਿਹਾ ਹੈ ਕਿ ਉੱਥੇ ਸਰਹੰਦ ਤੋਂ ਤਾਂ ਛੁੱਟ ਗਏ ਅਤੇ ਉਹ ਇਸਤਰੀ ਦਾ ਕਸੂਰ ਜਾਣ ਕੇ ਇਹਨਾਂ ਨੂੰ ਰਿਹਾ ਕਰ ਦਿੱਤਾ। ਇੱਥੋਂ ਰਿਹਾ ਹੋ ਕੇ ਸਧਨਾ ਜੀ ਅੱਗੇ ਪ੍ਰਯਾਗਰਾਜ ਨੂੰ ਤੁਰ ਪਏ। ਰਾਹ ਦੇ ਵਿੱਚ ਇਹਨਾਂ ਦਾ ਤੇਜ ਪ੍ਰਤਾਪ ਵੇਖ ਕੇ ਬਹੁਤ ਲੋਕ ਝੁਕਣ ਲੱਗ ਪਏ। ਉੱਥੋਂ ਦੇ ਕਾਜ਼ੀਆਂ ਅਤੇ ਬ੍ਰਾਹਮਣਾਂ ਨੇ ਵੇਖ ਕੇ ਸਧਨਾ ਭਗਤ ਜੀ ਨਾਲ ਬਹੁਤ ਈਰਖਾ ਕੀਤੀ। ਉਸ ਵੇਲੇ ਸਲੀਮ ਸ਼ਾਹ ਬਾਦਸ਼ਾਹ ਦਾ ਰਾਜ ਸੀਗਾ। ਨਾਮਦੇਵ ਜੀ ਦੇ ਵੇਲੇ ਵੀ ਅਤੇ ਇਹਨਾਂ ਦੇ ਵੇਲੇ ਵੀ ਸਲੀਮ ਸ਼ਾਹ ਰਾਜ ਕਰਦਾ ਸੀ। ਇਹ ਪ੍ਰਯਾਗਰਾਜ ਦੇ ਵਿੱਚ ਦਰਿਆ ਦੇ ਪਾਸ ਕਿਲ੍ਹੇ ਦੀ ਕੰਧ ਉਸਾਰ ਰਿਹਾ ਸੀ ਸਲੀਮ ਸ਼ਾਹ। ਜੋ ਕੰਧ ਡਿੱਗ ਪੈਂਦੀ ਸੀ, ਉਹ ਸਲੀਮ ਸ਼ਾਹ ਨੇ ਪੁੱਛਿਆ ਵੀ ਕੰਧ ਕਿਸ ਤਰ੍ਹਾਂ ਉਸਰੇਗੀ। ਤਦੋਂ ਕਾਜ਼ੀਆਂ ਅਤੇ ਬ੍ਰਾਹਮਣਾਂ ਨੇ ਕਿਹਾ ਇਹ ਕੰਧ ਬਲੀ ਮੰਗਦੀ ਹੈ। ਰਾਜੇ ਨੇ ਪੁੱਛਿਆ ਕਿਸ ਦੀ ਬਲੀ ਦੇਣੀ ਪਏਗੀ। ਉਹਨਾਂ ਸਧਨੇ ਦਾ ਨਾਂ ਲੈ ਤਾ
ਕਿਸ ਤਰ੍ਹਾਂ ਦਾ ਬੰਦਾ ਹੋਵੇ, ਰੱਬ ਦੀ ਬੰਦਗੀ ਕਰਦਾ ਹੋਵੇ, ਚੰਗਾ ਇਨਸਾਨ ਹੋਵੇ, ਕਸਾਈਪੁਣਾ ਉਹਨੇ ਛੱਡਿਆ ਹੋਵੇ, ਵੈਸ਼ਨੂਪੁਣਾ ਧਾਰਨ ਕੀਤਾ ਹੋਵੇ, ਰੱਬ ਦਾ ਭਗਤ ਸਦਾਉਂਦਾ ਹੋਵੇ, ਨਾਮ ਹੋਵੇ ਸਦਨ, ਇਹੋ ਜਿਹੇ ਆਦਮੀ ਨੂੰ ਪਕੜ ਕੇ ਕੰਜ ਖੜਾ ਕਰਕੇ ਬਲੀ ਦੇਵੋ। ਰਾਜੇ ਨੇ ਢੰਡੋਰਾ ਫਰਾਤਾ। ਉਸ ਵੇਲੇ ਇਹ ਯਾਤਰਾ ਕਰ ਰਹੇ ਸੀ, ਸਿਪਾਹੀਆਂ ਫੜ ਕੇ ਰਾਜੇ ਦੇ ਪੇਸ਼ ਕੀਤਾ। ਬਿਨਾਂ ਕੋਈ ਗੱਲਬਾਤ ਕੀਤਿਆਂ ਰਾਜੇ ਨੇ ਸਦਨ ਜੀ ਨੂੰ ਫੜ ਕੇ ਨੀਚ ਖੜਾ ਕਰਤਾ। ਉਸ ਵੇਲੇ ਭਗਤ ਜੀ ਨੇ ਅਤਿਅੰਤ ਹੀ ਨਿਮਰਤਾ ਦੇ ਸਹਿਤ ਹੋ ਕੇ ਵਾਹਿਗੁਰੂ ਜੀ ਦੇ ਸਨਮੁਖੇ ਪਾਵਨ ਸ਼ਬਦ ਉਚਾਰੇ ਆ। ਕੀ ਕਹਿ ਰਹੇ ਨੇ, ਪਿਆਰ ਨਾਲ ਸੁਣੋ ਜੀ। ਨ੍ਰਿਪ ਕਨਿਆ ਕੇ ਕਾਰਨ। ਹੇ ਪਰਮੇਸ਼ਰ, ਇੱਕ ਰਾਜਾ ਮੋਰ ਧਵਜ ਹੋਇਆ, ਮੋਰ ਧਵਜ ਰਾਜਾ। ਉਸ ਦੀ ਕੰਨਿਆ ਇੱਕ ਲੜਕੀ ਸੀਗੀ, ਉਹਦੇ ਨਾਲ ਵਿਆਹ ਕਰਾਉਣ ਵਾਸਤੇ ਏਕਾ ਭਇਆ ਭੇਖ ਤਾਰੀ। ਇੱਕ ਭੇਖ ਧਾਰਨ ਵਾਲਾ ਪਖੰਡੀ ਵਿਸ਼ਨੂੰ ਬਣਿਆ। ਵਿਸ਼ਨੂੰ ਦਾ ਰੂਪ ਉਹਨੇ ਧਾਰਨ ਕਰ ਲਿਆ। ਕਾਮਰਥੀ ਸਵਾਰਥੀ, ਜੋ ਕਿ ਕਾਮ ਵਾਸ਼ਨਾ ਦੇ ਅਧੀਨ ਸੀਗਾ, ਜਾਂ ਕਾਮਰਥੀ ਮੰਦ ਵਾਸ਼ਨਾ ਦਾ ਮੰਗਤਾ ਸੀ, ਭਾਵ ਕਾਮੀ ਪੁਰਖ ਸੀਗਾ। ਵਾਗੀ ਪੈਜ ਸਵਾਰੀ, ਤੇ ਸਵਾਰਥੀ ਨਿਜ ਪ੍ਰਯੋਜਨੀ, ਭਾਵ ਆਪਣਾ ਮਤਲਬ ਪੂਰਾ ਕਰਨ ਵਾਲਾ ਸੀਗਾ। ਇਹ ਵਾਹਿਗੁਰੂ, ਤੂੰ ਉਸ ਕਾਮੀ ਪੁਰਖ ਦੀ ਵੀ ਇੱਜ਼ਤ ਸਵਾਰਨਾ ਕੀਤੀ ਸੀ। ਹੁਣ ਕਈ ਜੋ ਪ੍ਰੇਮੀ ਨੇ ਕਾਲਜਾਂ ਵਿੱਚ ਪੜ੍ਹੇ ਲਿਖੇ, ਉਹ ਕਹਿੰਦੇ ਕਿ ਗੁਰਬਾਣੀ ਦੇ ਵਿੱਚ ਸਾਖੀਆਂ ਨਾ ਸੁਣਾਓ, ਕਹਾਣੀਆਂ ਨਾ ਪਾਓ। ਉਹ ਹੋਰ ਹੀ ਨਸ਼ਰਦਕਪੁਣੇ ਦੀਆਂ ਬਾਤਾਂ ਮਾਰਦੇ ਨੇ। ਇਹੋ ਜੀ ਕਹਾਣੀਆਂ, ਇਹ ਕਹਾਣੀਆਂ ਆਮ ਸਟੋਰੀਆਂ ਥੋੜ੍ਹੋ ਨੇ, ਇਹ ਸੰਤਾਂ ਭਗਤਾਂ ਦੀਆਂ, ਵਾਹਿਗੁਰੂ ਜੀ ਦੀਆਂ ਕਥਾ ਕਹਾਣੀਆਂ ਪੜ੍ਹਨ ਦੇ ਨਾਲ ਹੀ ਤਾਂ ਜਿਹੜੇ ਬੱਚੇ ਨੇ ਉਹਨਾਂ ਦੇ ਮਨ 'ਚ ਉਤਸ਼ਾਹ ਹੁੰਦਾ ਹੈ। ਮੈਂ ਸਭ ਤੋਂ ਪਹਿਲਾਂ ਭਗਤ ਬਾਣੀ ਹੀ ਪੜ੍ਹੀ, ਫਿਰ ਮਨ 'ਚ ਸ਼ੌਂਕ ਹੋਇਆ ਵੀ ਜੋ ਇਹਦੇ 'ਚ ਲਿਖਿਆ ਹੋਇਆ ਉਹਦੀ ਸਮਝ ਵੀ ਆਉਣੀ ਚਾਹੀਦੀ ਹੈ। ਸਮਝ ਆਉਂਦੀ ਕੋਈ ਨਹੀਂ ਸੀਗੀ, ਜੋ ਮਾਂ ਨੇ ਸਮਝਾ ਦੇਣਾ ਉਹਦੀ ਸਮਝ ਹੀ ਆਉਣੀ। ਫਿਰ ਸੋਚਿਆ ਵੀ ਇਹਦਾ ਕੋਈ ਅਰਥ ਜਾਂ ਕੋਈ ਸਾਖੀ, ਉਹ ਫਿਰ ਭਗਤਮਾਲ ਗ੍ਰੰਥ ਮਿਲਿਆ। ਸਾਰੀਆਂ ਸਾਖੀਆਂ ਇੱਕ ਦੋ ਵਾਰ ਚੰਗੀ ਤਰ੍ਹਾਂ ਪੜ੍ਹੀਆਂ। ਤੋ ਇਸ ਲਈ ਇਹ ਸਾਖੀਆਂ ਪੜ੍ਹਨ ਅਤੇ ਸੁਣਨ ਤੋਂ ਮਨ 'ਚ ਉਤਸ਼ਾਹ ਆਉਂਦਾ ਹੈ। ਇਹ ਕੋਈ ਬੁਰੀ ਬਾਤ ਨਹੀਂ ਹੈ। ਜੇ ਸੰਤਾਂ ਭਗਤਾਂ ਦੀਆਂ ਸਾਖੀਆਂ ਕਥਾ ਕਹਾਣੀਆਂ ਆਪਾਂ ਗੁਰੂ ਘਰ ਨਹੀਂ ਸੁਣਨੀਆਂ ਸੁਣਾਉਣੀਆਂ, ਤਾਂ ਦੱਸੋ ਘਰਾਂ ਬਾਹਰਾਂ 'ਚ ਜਿੱਥੇ ਵੀ ਬੈਠਾਂਗੇ ਉੱਥੇ ਤਾਂ ਨਿੰਦਿਆ ਚੁਗਲੀ ਦੀਆਂ ਬਾਤਾਂ ਮਾਰੀ ਦੀਆਂ। ਇਹੀ ਇੱਕ ਜਗ੍ਹਾ ਹੈ ਜਿੱਥੇ ਧਰਮ ਦੀ ਗੱਲ ਹੁੰਦੀ ਹੈ। ਗੁਰੂ ਸਾਹਿਬ ਨੇ ਉਦਾਹਰਨਾਂ ਦੇ ਕੇ ਅਤੇ ਸਾਡੇ ਮਨ 'ਚ ਉਤਸ਼ਾਹ ਪੈਦਾ ਕੀਤਾ ਕਿ ਵੇਖ ਲਓ, ਪਰਮਾਤਮਾ ਦਾ ਜੋ ਨਾਮ ਜਪਦਾ ਉਹਦੇ ਲੜ ਲੱਗਦਾ। ਇੱਕ ਕਸਾਈ ਬੰਦਾ ਵੇਖ ਲਓ, ਉਹ ਭਗਤ ਬਣ ਗਿਆ। ਅਤੇ ਫਿਰ ਉਹਨੇ ਬੇਨਤੀ ਕੀਤੀ ਤਾਂ ਮਹਾਰਾਜ ਨੇ ਉਹਦੀ ਰੱਖਿਆ ਕੀਤੀ। ਜੇ ਹੁਣ ਇਹ ਸਾਖੀ ਨਹੀਂ ਸੁਣਾਵਾਂਗੇ, ਇਹ ਗੱਲ ਸਪਸ਼ਟ ਨਹੀਂ ਹੋਊਗੀ ਕਿ ਉਹ ਰਾਜੇ ਦੀ ਲੜਕੀ ਲਈ ਕਿਵੇਂ ਪਖੰਡ ਕਰਿਆ, ਕਿਸੇ ਨੇ ਕਿਵੇਂ ਵਿਸ਼ਨੂੰ ਦਾ ਰੂਪ ਧਾਰਿਆ ਅਤੇ ਉਹਦੀ ਇੱਜ਼ਤ ਕਿਵੇਂ ਸਵਾਰੀ। ਥੋੜ੍ਹਾ ਬਹੁਤਾ ਤਾਂ ਹੁਣ ਆਪਾਂ ਨੂੰ ਵਿਆਖਿਆ ਵਿਚਾਰਨੀ ਪਊਗੀ। ਇਹ ਦ੍ਰਿਸ਼ਟਾਂਤ ਅਤੇ ਪ੍ਰਮਾਣ ਅਨੇਕਾਂ ਹੀ ਜਗ੍ਹਾ 'ਤੇ ਗੁਰੂ ਸਾਹਿਬਾਂ ਨੇ ਆਪ ਵੀ ਦਿੱਤੇ ਨੇ। ਸਤਿਗੁਰੂ ਅਰਜਨ ਦੇਵ ਜੀ ਨੇ ਬਸੰਤ ਰਾਗ ਦੀ ਅਸ਼ਟਪਦੀ ਵਿੱਚ ਲਿਖਿਆ, ਸੁਣ ਸਾਖੀ ਮਨ ਜਪ ਪਿਆਰ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਖੀ ਜਿਹੜੀ ਹੋਣੀ ਚਾਹੀਦੀ ਹੈ ਉਹ ਇਤਿਹਾਸ ਵਿੱਚੋਂ ਸੰਤਾਂ ਭਗਤਾਂ ਦੀ ਰੀਅਲ ਸਟੋਰੀ ਹੋਣੀ ਚਾਹੀਦੀ ਹੈ। ਕੋਈ ਝੂਠੀ ਮਨ ਘੜਤ, ਕੋਈ ਚੁਟਕਲਾ ਨਹੀਂ ਹੋਣਾ ਚਾਹੀਦਾ। ਜੇ ਗੁਰਮਤਿ ਮੁਤਾਬਕ ਆਪਾਂ ਸਾਖੀ ਸੁਣਾਵਾਂਗੇ, ਸਾਡੇ ਇੱਕ ਗਿਆਨੀ ਮਣੀ ਸਿੰਘ ਜੀ ਟਕਸਾਲ ਦੇ ਹੋਏ ਨੇ, ਜੋ ਸੱਚਖੰਡ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਏ। ਉਹਨੇ ਇੱਕ ਕਿਤਾਬ ਲਿਖੀ ਹੈ ਗੁਰਮਤਿ ਸਾਖੀ ਸਾਗਰ, ਬੜੀ ਸੋਹਣੀ ਕਿਤਾਬ ਹੈ। ਮੇਰੇ ਮਨ ਦਾ ਸ਼ੌਂਕ ਹੁੰਦਾ ਸੀ ਰਾਗੀ ਵੀ ਉਹ ਸੁਣਨਾ, ਬਲਵਿੰਦਰ ਸੋਹਣੀ ਰੰਗੀਲੇ।
ਜਿਨ੍ਹਾਂ ਦਾ ਰੰਗੀਲਾ ਤਖੱਲਸ ਹੈ, ਇੰਨੀ ਸੁੰਦਰ ਸਾਖੀ ਸੁਣਾਉਂਦੇ, ਇਹਨਾਂ ਦੀ ਕਸ਼ਟ ਲੈਣੀ। ਵਿਆਖਿਆ ਬੜੀ ਸੋਹਣੀ ਕਰਦੇ। ਜੋ ਸੱਚਖੰਡ ਗਮਨ ਕਰ ਗਏ ਜਗਾਦਰੀ ਵਾਲੇ ਮਹਾਂਪੁਰਖ, ਮੈਂ ਤਾਂ ਸੰਤ ਮਹਾਂਪੁਰਖ ਹੀ ਕਹੂੰਗਾ, ਸੋ ਜਿਹੜੇ ਬਹੁਤ ਪਿਆਰ ਦੇ ਨਾਲ ਨਾਨਕਸਰ ਸਾਹਿਬ ਵਾਲੇ ਮਹਾਂਪੁਰਖਾਂ ਦੇ ਸ਼ਰਧਾਲੂ ਸੀਗੇ ਜਗਾਦਰੀ ਵਾਲੇ। ਸੋ ਉਹ ਰਾਗੀ, ਹੁਣ ਉਹਨਾਂ ਦਾ ਨਾਮ ਮੈਨੂੰ ਇੱਕਦਮ ਯਾਦ ਨਹੀਂ ਆ ਰਿਹਾ, ਉਹ ਬਹੁਤ ਸੁੰਦਰ ਬੜੇ ਪਿਆਰ ਦੇ ਨਾਲ ਵਿਆਖਿਆ ਕਰਦੇ। ਤੋ ਇੰਝ ਵਿਆਖਿਆ ਤੋਂ, ਸਾਖੀ ਤੋਂ, ਸਮਝ ਆਉਣ ਤੋਂ ਨਾਮ ਜਪਣ ਦਾ ਪਿਆਰ ਪੈਦਾ ਹੁੰਦਾ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਭਾਈ ਸਾਖੀ ਸੁਣਿਆ ਕਰੋ। ਸ਼ਾਮ ਦੀ ਕਥਾ ਦੇ ਵਿੱਚ ਕੇਵਲ ਸਾਖੀ ਹੀ ਹੁੰਦੀ ਹੈ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹਿ ਏਕ ਬਾਰ। ਅਜਾਮਲ ਨੇ ਇੱਕੋ ਵਾਰੀ ਰਾਮ ਨਾਮ ਵਾਹਿਗੁਰੂ ਆਖਿਆ ਅੰਤ ਦੇ ਵਕਤ, ਤੇ ਵੇਖੋ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ। ਬਾਲਮੀਕਾ ਹੁਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਇਹ ਸਾਰੇ ਸ਼ਬਦ ਦੇ ਵਿੱਚ ਪੂਰੀ ਦੀ ਪੂਰੀ ਅਸ਼ਟਪਦੀ ਭਗਤਾਂ ਦੀ ਹੈ। ਅਰੰਤਲੀਆਂ ਪੰਕਤੀਆਂ ਨੇ ਕਿ ਗੁਰੂ ਨਾਨਕ ਦੇਵ ਗੋਬਿੰਦ ਰੂਪ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਗੋਬਿੰਦ ਪਰਮਾਤਮਾ ਦਾ ਰੂਪ ਨੇ। ਬਾਕੀ ਸੰਤਾਂ ਭਗਤਾਂ ਦੇ ਸਾਰਿਆਂ ਦੇ ਨਾਮ ਲਿਖੇ ਗੁਰੂ ਸਾਹਿਬ ਨੇ, ਉਦਾਹਰਨਾਂ ਦਿੱਤੀਆਂ ਨੇ। ਸੋ ਭਗਤ ਸਧਨਾ ਜੀ ਬਾਣੀ ਦੇ ਵਿੱਚ ਦ੍ਰਿਸ਼ਟਾਂਤ ਦੇ ਰਹੇ ਨੇ, ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ ਰਹੇ ਹਨ। ਨ੍ਰਿਪ ਕਨਿਆ ਕੇ ਕਾਰਨ। ਜਦ ਗਲੇ ਤੱਕ ਕੰਧ ਆਈ ਤੇ ਮਹਾਰਾਜ ਨੇ ਆਖਿਆ ਵੀ ਕੋਈ ਨਹੀਂ, ਰੌਲਾ ਨਾ ਪਾ ਤੇ ਤੂੰ ਮਰ ਜਾ, ਤੇਰੇ ਕਰਮ ਇਸ ਤਰ੍ਹਾਂ ਦੇ ਲਿਖੇ ਹੋਏ ਹਨ, ਤੇ ਜਦ ਮਰ ਜਾਏਗਾ ਮੈਂ ਤੈਨੂੰ ਮੁਕਤੀ ਦੇ ਦੇਊਂਗਾ। ਕਹਿੰਦਾ ਨਹੀਂ ਮਹਾਰਾਜ, ਇਹ ਗੱਲ ਨਹੀਂ ਬਣਦੀ। ਤੂੰ ਵੇਖ ਮਾੜੇ ਤੋਂ ਮਾੜੇ ਇਨਸਾਨ ਦੀ ਇੱਜ਼ਤ ਰੱਖਦਾ ਹੈ। ਕਿਹਦੀ ਰੱਖੀ ਹੈ? ਇੱਕ ਮੋਰਤੁਜ ਰਾਜੇ ਦੀ ਲੜਕੀ ਦੇ ਵਿਆਹੁਣ ਵਾਸਤੇ। ਇੱਕ ਭਇਆ ਪੇਖ ਧਾਰੀ। ਪੇਖ ਧਾਰੀ ਵਿਸ਼ਨੂੰ ਹੋਇਆ ਹੈ, ਵਿਸ਼ਨੂੰ ਦਾ ਰੂਪ ਧਾਰ ਲਿਆ। ਕਾਮਰਥੀ ਸਵਾਰਥੀ। ਜੋ ਕਾਮ ਦੇ ਵਾਸ਼ਨਾ ਦੇ ਅਧੀਨ ਹੈ ਤੇ ਆਪ ਦੇ ਪ੍ਰਯੋਜਨ ਲਈ ਕਾਮੀ ਪੁਰਖ ਸੀਗਾ। ਆਪ ਦਾ ਮਤਲਬ ਪੂਰਾ ਕਰਨ ਲਈ, ਕੇਵਲ ਲੜਕੀ ਨਾਲ ਵਿਆਹ ਕਰਾਉਣ ਲਈ ਉਹਨੇ ਇੰਝ ਕੀਤਾ। ਵਾਕੀ ਪੈਜ ਸਵਾਰੀ। ਉਸ ਕਾਮੀ ਬੰਦੇ ਦੀ ਵੀ ਇੱਜ਼ਤ ਸਵਾਰ ਨਾ ਕੀਤੀ ਕਿ ਮੇਰਾ ਇਹਨੇ ਰੂਪ ਧਾਰਿਆ ਹੈ। ਹੋਇਆ ਇੰਝ, ਮੋਰਤੁਜ ਨਾਮੇ ਇੱਕ ਰਾਜਾ ਸੀ, ਉਹਦੀ ਲੜਕੀ ਬਹੁਤ ਸੁੰਦਰ ਸਰੂਪ ਵਾਲੀ ਸੀ। ਪਿਛਲੇ ਜਨਮਾਂ ਦੇ ਸੰਸਕਾਰ ਮੁਤਾਬਕ ਉਹਦੀ ਇਸ ਜਨਮ ਵਿੱਚ ਪ੍ਰਭੂ ਵੱਲ ਬਹੁਤ ਰੁਚੀ ਸੀ, ਔਰ ਛੋਟੀ ਉਮਰ ਦੇ ਵਿੱਚ ਹੀ ਧਾਰਮਿਕ ਪੁਸਤਕਾਂ ਪੜ੍ਹਦੀ ਰਹਿੰਦੀ ਸੀ। ਜਦ ਰਾਜੇ ਮੋਰਤੁਜ ਦੀ ਲੜਕੀ ਜਵਾਨ ਅਵਸਥਾ ਵਿੱਚ ਆਈ ਤਾਂ ਉਦੋਂ ਰਾਜੇ ਨੇ ਇੱਕ ਦਿਨ ਆਪਣੀ ਪਟਰਾਣੀ ਨਾਲ ਆਪਣੀ ਰਾਜਪੁੱਤਰੀ ਨੂੰ ਵਿਆਹੁਣ ਵਾਸਤੇ ਗੱਲ ਕੀਤੀ। ਜਦ ਵਿਆਹ ਦੀ ਗੱਲ ਇਹਦੀ ਪੁੱਤਰੀ ਨੂੰ ਪਤਾ ਲੱਗੀ ਤਾਂ ਆਪਣੀ ਮਾਤਾ ਨੂੰ ਕਹਿਣ ਲੱਗੀ ਵੀ ਮੈਂ ਤਾਂ ਵਿਸ਼ਨੂੰ ਭਗਵਾਨ ਦੇ ਨਾਲ ਹੀ ਵਿਆਹ ਕਰਨ ਦਾ ਪ੍ਰਣ ਕਰ ਚੁੱਕੀ ਹਾਂ, ਇਸ ਲਈ ਮੇਰੇ ਵਾਸਤੇ ਕਿਸੇ ਹੋਰ ਰਾਜਕੁਮਾਰ ਨੂੰ ਲੱਭਣ ਦੀ ਖੇਚਲ ਨਾ ਕਰਿਓ। ਆਪਣੀ ਲੜਕੀ ਕੋਲੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਪਟਰਾਣੀ ਨੇ ਆਪਣੇ ਪਤੀ ਰਾਜੀ ਨੂੰ ਇਹ ਸਾਰੀ ਗੱਲ ਦੱਸੀ ਕਿ ਰਾਜਕੁਮਾਰੀ ਤਾਂ ਵਿਸ਼ਨੂੰ ਭਗਵਾਨ ਨਾਲ ਵਿਆਹ ਕਰਨ ਦਾ ਪ੍ਰਣ ਕਰ ਚੁੱਕੀ ਹੈ। ਤਦੋਂ ਰਾਜੇ ਨੇ ਆਪਣੀ ਪੁੱਤਰੀ ਨੂੰ ਬੜਾ ਸਮਝਾਇਆ ਕਿ ਤੂੰ ਇਹ ਜਿੱਦ ਛੱਡ ਦੇ, ਤੈਨੂੰ ਬਹੁਤ ਸੁੰਦਰ ਰਾਜਕੁਮਾਰ ਨਾਲ ਵਿਆਹਾਂਗੇ। ਹੁਣ ਵਿਸ਼ਨੂੰ ਕਿੱਥੋਂ ਆਊਗਾ? ਉਹ ਤਾਂ ਪ੍ਰਭੂ ਹੈ, ਉਹ ਭਗਵਾਨ ਹੈ। ਜਿਵੇਂ ਮੀਰਾ ਬਾਈ ਦੀ ਲਿਵ ਲੱਗੀ ਹੋਈ ਸੀ, ਇਸ ਤਰ੍ਹਾਂ ਇਹਦੀ ਲਿਵ ਲੱਗ ਗਈ। ਆਪਣੇ ਪਿਤਾ ਰਾਜੇ ਦੇ ਬਚਨ ਸੁਣ ਕੇ ਇਹਦੇ ਮਨ 'ਤੇ ਕੋਈ ਅਸਰ ਨਾ ਹੋਇਆ। ਮਨ ਦੇ ਵਿੱਚ ਵਿਰਾਗ ਵੱਧਦਾ ਗਿਆ। ਖਾਣਾ ਵੀ ਬੰਦ ਕਰਤਾ, ਪੀਣਾ ਵੀ, ਬੋਲਣਾ ਚੱਲਣਾ ਘੱਟ ਕਰ ਦਿੱਤਾ। ਉਹਦੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਉਹਦੇ ਲਈ ਉਹਨੇ ਇੱਕ ਵੱਖਰਾ ਹੀ ਮੰਦਰ ਬਾਗ ਦੇ ਵਿੱਚ ਬਣਾ ਦਿੱਤਾ। ਉਸੇ ਬਾਗ ਅੰਦਰ ਹੀ ਉਹ ਵਿਸ਼ਨੂੰ ਭਗਵਾਨ ਦੀ ਪੂਜਾ ਲਈ ਇੱਕ ਵੱਖਰੀ ਜਗ੍ਹਾ ਬਣਾਉਣ ਲਈ ਕਾਰੀਗਰ ਸੱਦਿਆ। ਉਹਨੇ ਰਾਜਕੁਮਾਰੀ ਦੀ ਆਖਿਆ ਅਨੁਸਾਰ ਵਿਸ਼ਨ ਮੰਦਰ 'ਚ ਉਸਾਰੀ ਸ਼ੁਰੂ ਕਰ ਦਿੱਤੀ। ਉਹ ਕਾਰੀਗਰ ਆਪਣੇ ਪੁੱਤਰ ਨੂੰ ਵੀ ਮਦਦ ਲਈ ਨਾਲ ਲਿਆਇਆ ਕਰੇ। ਜਦ ਕੰਮ ਕਰਦਿਆਂ ਕਰਦਿਆਂ ਕਈ ਦਿਨ ਹੋ ਗਏ
ਤੇ ਉਹਦੇ ਤਰਖਾਣ ਦੇ ਪੁੱਤ ਦੀ ਨਜ਼ਰ ਰਾਜ ਕੰਨਿਆ 'ਤੇ ਉਟਕ ਗਈ। ਉਹਦੇ ਸਰੂਪ ਨੂੰ ਵੇਖ ਕੇ ਤੇ ਉਹਦਾ ਮਨ ਵਿਗੜ ਗਿਆ। ਉਹ ਰੋਜ਼ ਪਿਤਾ ਨਾਲ ਆ ਤਾਂ ਜਾਇਆ ਕਰੇ, ਪਰ ਕੰਮ 'ਚ ਰੁਚੀ ਨਾ ਦੇਵੇ, ਉਹਦੇ ਵੱਲ ਹੀ ਵੇਖੀ ਜਾਇਆ ਕਰੇ। ਉਹਦੇ ਸਮਝਾਉਣ ਦੇ ਬਾਵਜੂਦ ਵੀ ਜਦ ਕੰਮ 'ਚ ਧਿਆਨ ਨਾ ਦੇਵੇ। ਕਈ ਦਿਨ ਬੀਤਣ ਤੋਂ ਬਾਅਦ ਉਹਦੇ ਪਿਓ ਨੇ ਬੜੇ ਪਿਆਰ ਨਾਲ ਸਮਝਾਇਆ ਵੀ ਬੇਟਾ, ਆਪਾਂ ਤਾਂ ਮਜ਼ਦੂਰ ਬੰਦੇ ਆ, ਕਿਰਤੀ ਲੋਕ ਆ, ਵਿਹਲੇ ਬੈਠਿਆਂ ਝੱਟ ਨਹੀਂ ਲੰਘਦਾ। ਤੂੰ ਹਮੇਸ਼ਾ ਤੇ ਉਹ ਰਾਜਕੁਮਾਰੀ ਵੱਲ ਹੀ ਵੇਖਦਾ ਰਹਿੰਦਾ, ਤੇ ਤੂੰ ਆਪਦੇ ਕੰਮ ਵੱਲ ਧਿਆਨ ਕਰ। ਕਹਿਣ ਲੱਗਾ ਵੀ ਤੂੰ ਮੇਰੀ ਉਹਦੇ ਨਾਲ ਸ਼ਾਦੀ ਕਰ ਦੇ, ਤੇ ਮੈਂ ਤਾਂ ਹੋਰ ਕਿਸੇ ਨਾਲ ਸ਼ਾਦੀ ਕਰਵਾਉਣੀ ਹੈ ਨਹੀਂ, ਜੇ ਕਰਾਉਣੀ ਤਾਂ ਇਹਦੇ ਨਾਲ ਕਰਾਉਣੀ ਹੈ। ਉਹਨੇ ਆਖਿਆ ਪੁੱਤ, ਆਪਾਂ ਗਰੀਬ ਲੋਕ ਹਾਂ, ਇਹ ਰਿਆਸਤਾਂ ਦੇ ਮਾਲਕ ਬਾਦਸ਼ਾਹ ਨੇ, ਸਾਡਾ ਜਿਉਣਾ ਵੀ ਦੁੱਭਰ ਕਰ ਦੇਣਗੇ ਜੇ ਪਤਾ ਲੱਗ ਗਿਆ ਤੇ ਤੂੰ ਆਪਦੇ ਕੰਮ 'ਚ ਰੁਚੀ ਦੇ, ਇਸ ਤਰ੍ਹਾਂ ਨਹੀਂ ਹੋ ਸਕਦਾ। ਤੇ ਪਰ ਉਹਦੇ ਮਨ 'ਤੇ ਕੋਈ ਅਸਰ ਨਾ ਹੋਇਆ। ਉਹ ਰੋਜ਼ ਆਉਣ ਜਾਣ ਦੇ ਕਾਰਨ ਸਾਧ ਸੰਗਤ ਜੀਓ, ਉਹ ਲੜਕੇ ਨੂੰ ਵੀ ਪਤਾ ਲੱਗ ਗਿਆ ਵੀ ਇਹਨੇ ਪ੍ਰਾਣੀ ਕੀਤਾ ਹੋਇਆ ਕਿ ਮੈਂ ਵਿਸ਼ਨੂੰ ਨਾਲ ਵਿਆਹ ਕਰਾਉਣਾ, ਜੇ ਕਰਾਉਣਾ ਚਤੁਰਪਤੀ ਵਿਸ਼ਨੂੰ ਭਗਵਾਨ ਨਾਲ ਕਰਾਉਣਾ, ਹੋਰ ਕਿਸੇ ਨਾਲ ਨਹੀਂ। ਇਹ ਸੁਣ ਕੇ ਉਹਦਾ ਮਨ ਹੋਰ ਉਦਾਸ ਹੋ ਗਿਆ, ਪਰ ਹੌਸਲਾ ਨਹੀਂ ਛੱਡਿਆ। ਉਹਦੇ ਸੁਨਿਆਰੇ ਦੇ ਮੁੰਡੇ ਨਾਲ ਇੱਕ ਮਿੱਤਰਤਾ ਸੀਗੀ। ਸਾਰੀ ਗੱਲ ਉਹਨੇ ਸੁਨਿਆਰੇ ਦੇ ਮੁੰਡੇ ਨੂੰ ਦੱਸੀ, ਆਪਦੇ ਮਿੱਤਰ ਨੂੰ, ਕਿ ਮੇਰਾ ਮਨ ਜੋ ਹੈ ਉਹ ਰਾਜਕੁਮਾਰੀ 'ਤੇ ਉਟਕ ਗਿਆ ਹੈ, ਪਰ ਉਹਦਾ ਜਿਹੜਾ ਪੁਰਾਣੇ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣ ਦਾ ਤੂੰ ਕੋਈ ਉਪਾਅ ਦੱਸ। ਉਹ ਬੜਾ ਸਿਆਣਾ ਸੀ, ਕਹਿਣ ਲੱਗਾ ਕਿ ਕੋਈ ਵੱਡੀ ਗੱਲ ਨਹੀਂ, ਉਹਦੀਆਂ 4 ਬਾਹਾਂ ਹੀ ਨੇ ਅਤੇ ਗਰਡ 'ਤੇ ਸਵਾਰੀ ਕਰਦਾ, ਅਤੇ ਤੂੰ ਉਹੋ ਜਿਹਾ ਬਣ ਕੇ ਉਹਦੇ ਕੋਲ ਚਲਿਆ ਜਾ। ਲੱਕੜੀ ਦਾ ਗਰਡ ਤੂੰ ਬਣਾ ਲੈ, ਅਤੇ ਉਹਦੇ ਵਿੱਚ ਮੈਂ ਕਲਾ ਮੈਂ ਪਾ ਦਿਉਂ ਕਿਸੇ ਤਰੀਕੇ ਨਾਲ, ਜੋ ਜਹਾਜ਼ ਦੀ ਤਰ੍ਹਾਂ ਚੱਲਣ ਲੱਗ ਜਾਵੇਗਾ। ਲੱਕੜ ਦੀਆਂ ਬਾਹਾਂ ਤੂੰ ਆਪਦੀਆਂ ਡੁਪਲੀਕੇਟ ਬਣਾ ਕੇ ਲਾ ਲੈਣਾ ਕਰ। ਇਉਂ ਦੋਹਾਂ ਨੇ ਮਿਲ ਕੇ ਸਲਾਹ ਮਸ਼ਵਰਾ ਕਰਕੇ, ਹੈ ਤਾਂ ਦੋਵੇਂ ਮਿਸਤਰੀਆਂ ਦੇ ਮੁੰਡੇ ਸੀ, ਸਿਆਣੇ ਸੀਗੇ, ਇੱਕ ਲੱਕੜ ਦਾ ਗਰੜ ਤਿਆਰ ਕਰ ਲਿਆ, 2 ਬਨੌਟੀ ਲੱਕੜ ਦੀਆਂ ਬਾਹਾਂ ਲਗਾ ਕੇ, ਅਤੇ ਕਲਾ ਉਹਨੇ ਸੁਨਿਆਰੇ ਦੇ ਮੁੰਡੇ ਨੂੰ ਪਾ ਦਿੱਤੀ। ਇਸ ਤਰ੍ਹਾਂ ਉਹ ਰਾਤ ਨੂੰ ਰਾਜਕੰਨਿਆ ਦੇ ਕੋਲ ਪਹੁੰਚ ਗਿਆ। ਅੱਗੇ ਉਹ ਵਿਸ਼ਨੂੰ ਭਗਵਾਨ ਦੀ ਭਗਤੀ ਵਿੱਚ ਬੈਠੀ ਮਾਲਾ ਫੇਰ ਰਹੀ ਸੀ, ਰਾਮ ਰਾਮ। ਜਦ ਗਰੜ ਦੀ ਸਵਾਰੀ ਚਤੁਰਭੁਜ ਮੂਰਤੀ ਤੱਕੀ ਤਾਂ ਦੌੜ ਕੇ ਉਹਨੇ ਭਗਵਾਨ ਸਮਝ ਕੇ ਮੱਥਾ ਟੇਕਤਾ। ਇਹਨੇ ਆਸ਼ੀਰਵਾਦ ਦੇ ਕੇ ਕਿਹਾ ਵੀ ਮੈਂ ਸਿਰਫ ਅਤੇ ਸਿਰਫ ਤੇਰਾ ਪ੍ਰੇਮ ਵੇਖ ਕੇ ਪ੍ਰਣ ਪੂਰਾ ਕਰਨ ਵਾਸਤੇ ਚਤੁਰਭੁਜੀ ਰੂਪ 'ਚ ਆਇਆ। ਇਹ ਕਲਯੁਗ ਦਾ ਟਾਈਮ ਹੈ ਵੀ ਇਸ ਤਰ੍ਹਾਂ ਦਾ ਲੋਕ ਉਹੀ ਡੰਡੇ ਮਾਰ ਮਾਰ ਕੇ, ਨਿਆਣੇ ਰੋੜੇ ਮਾਰ ਮਾਰ ਭਜਾ ਦੇਣਗੇ ਵੀ 4 ਬਾਹਾਂ ਵਾਲੀ ਬਲਾ ਕਿੱਥੋਂ ਆ ਗਈ। ਹੁਣ ਕਿਸੇ ਨੂੰ ਕੀ ਪਤਾ ਵੀ ਇਹ ਭਗਵਾਨ ਹੈ। ਹੁਣ ਤੈਨੂੰ ਤਾਂ ਪਤਾ ਕਿ ਮੈਂ ਵਿਸ਼ਨੂੰ ਭਗਵਾਨ ਵੀ ਅੱਜ ਤੋਂ ਬਾਅਦ ਤੈਨੂੰ ਦਰਸ਼ਨ ਤਾਂ ਮੈਂ ਦੇ ਦਿੱਤੇ, ਅਤੇ ਹੁਣ ਮੈਂ ਆਪਦੀਆਂ 2 ਬਾਹਾਂ ਹੀ ਰੱਖਿਆ ਕਰਾਂਗਾ। ਜਦ ਵੀ ਤੈਨੂੰ ਦਰਸ਼ਨ ਹੋਣਗੇ 2 ਬਾਹਾਂ ਜੀ ਹੋਣਗੇ, ਇਸ ਗੱਲ ਦਾ ਤੂੰ ਨਿਸ਼ਚਾ ਕਰ ਲਾ। ਰਾਜਕੁਮਾਰੀ ਨੇ ਬੜੀ ਪ੍ਰਸੰਨਤਾ ਨਾਲ ਆਪਣੇ ਪਿਤਾ ਨੂੰ ਵਿਸ਼ਨੂੰ ਭਗਵਾਨ ਦੇ ਦਰਸ਼ਨ ਦੇਣ ਵਾਲੀ ਵਾਰਤਾ ਦੱਸੀ ਕਿ ਇਹ ਪਿਤਾ ਜੀ, ਅੱਜ ਮੇਰੀ ਭਗਤੀ ਨੂੰ ਫਲ ਗਿਆ, ਚਤੁਰਭੁਜੀ ਵਿਸ਼ਨੂੰ ਭਗਵਾਨ ਦੇ ਮੈਨੂੰ ਦਰਸ਼ਨ ਹੋਏ ਨੇ। ਇਹ ਗੱਲ ਸੁਣ ਕੇ ਰਾਜਾ ਆਪਣੀਆਂ ਰਾਣੀਆਂ ਹੋਰ ਦਾਸ ਦਾਸੀਆਂ ਸਮੇਤ ਵਿਸ਼ਨੂੰ ਦਰਸ਼ਨ ਕਰਨ ਲਈ ਆਇਆ। ਵੇਖ ਕੇ ਨਿਸ਼ਚਾ ਕਰ ਲਿਆ, ਅਤੇ ਰਾਜਕੁਮਾਰੀ ਦੀ ਕਹਿਣ ਅਨੁਸਾਰ ਵਿਆਹ ਦਾ ਦਿਨ ਨਿਸ਼ਚਿਤ ਹੋ ਗਿਆ। ਉਸ ਵੇਲੇ ਤਰਖਾਣ ਦਾ ਪੁੱਤ ਬਨੌਟੀ ਵਿਸ਼ਨੂੰ ਚਲਾ ਗਿਆ। ਵਿਆਹ ਵਾਲੇ ਦਿਨ ਆਇਆ ਅਤੇ ਰਾਜਕੁਮਾਰੀ ਨਾਲ ਸ਼ਾਦੀ ਕਰ ਲਈ, ਅਤੇ ਉਹਦੀ ਮਨ ਦੀ ਇੱਛਾ ਪੂਰੀ ਹੋ ਗਈ ਅਤੇ ਉਹਦੇ ਕੋਲ ਬਣਾਏ ਹੋਏ ਮਹਿਲਾਂ 'ਚ ਰਹਿਣ ਲੱਗ ਪਿਆ। ਇੱਧਰੋਂ ਰਾਜੇ ਨੇ ਸੋਚਿਆ ਵੀ ਮੇਰਾ ਜਦ ਜਵਾਈ ਹੀ ਬਣ ਗਿਆ ਭਗਵਾਨ, ਤਾਂ ਮੈਨੂੰ ਹੁਣ ਕਿਸ ਦਾ ਡਰ ਹੈ। ਐਵੇਂ ਫੌਜਾਂ ਨੂੰ ਰੋਟੀ ਪਾਣੀ ਖਵਾਈ ਦਾ, ਉਹਨਾਂ ਨੂੰ ਘਰ ਨੂੰ ਤੋਰੋ। ਜਦ ਤਰਲੋਕੀ ਦਾ ਮਾਲਕ ਵਿਸ਼ਨੂੰ ਭਗਵਾਨ ਮੇਰਾ ਜਵਾਈ ਹੈ, ਅਤੇ ਫੌਜਾਂ ਨੂੰ ਖਜ਼ਾਨੇ 'ਚੋਂ ਖਰਚਾ ਕਰਕੇ ਦੌਲਤ ਦੇਣ ਦੀ ਕੀ ਭਲਾ ਲੋੜ ਹੈ। ਇਹ ਗੱਲ ਵਿਚਾਰ ਕੇ ਉਹਨੇ ਸਾਰੀ ਫੌਜ ਆਪਣੀ ਹਟਾ ਦਿੱਤੀ, ਘਰ ਨੂੰ ਤੋਰ ਦਿੱਤੀ। ਇਸ ਗੱਲ ਦਾ ਗਵਾਂਢੀ ਰਾਜੇ ਨੂੰ ਪਤਾ ਲੱਗਾ, ਜੋ ਉਹਦਾ ਦੁਸ਼ਮਣ ਸੀਗਾ, ਕਿ ਇਹਨੇ ਫੌਜਾਂ ਨੂੰ ਛੁੱਟੀ ਦੇ ਦਿੱਤੀ ਹੈ। ਉਹ ਚੜ੍ਹਾਈ ਕਰਕੇ ਆ ਗਿਆ।
ਸ਼ਹਿਰ ਨੂੰ ਘੇਰਾ ਪਾ ਕੇ ਰਾਜੇ ਵੱਲ ਚਿੱਠੀ ਲਿਖ ਕੇ ਭੇਜੀ ਵੀ ਪੁੱਤ ਜਾਂ ਤਾਂ ਮੇਰੀ ਈਨ ਮੰਨ ਕੇ ਪੈਸੇ ਲੈ ਕੇ ਬਾਹਰ ਆ ਅਤੇ ਮੇਰੇ ਅਧੀਨ ਹੋ ਜਾ, ਜਾਂ ਫਿਰ ਸ਼ਸਤਰ ਫੜ ਕੇ ਜੰਗ ਕਰਨ ਲਈ ਤਿਆਰ ਹੋ ਜਾ। ਇਹ ਸੁਣ ਕੇ ਰਾਜਾ ਬੜਾ ਘਬਰਾਇਆ ਅਤੇ ਆਪਣੇ ਜਵਾਈ ਦੇ ਕੋਲ ਆਇਆ, ਨਕਲੀ ਵਿਸ਼ਨੂੰ ਕੋਲ। ਆਖਿਆ ਹੇ ਭਗਵਾਨ ਮੇਰੀ ਸਹਾਇਤਾ ਕਰੋ, ਗੁਆਂਢੀ ਰਾਜੇ ਮੇਰੇ 'ਤੇ ਚੜ੍ਹਾਈ ਕਰ ਦਿੱਤੀ ਹੈ। ਇਹ ਗੱਲ ਸੁਣ ਕੇ ਬਨੋਟੀ ਵਿਸ਼ਨੂੰ ਕਹਿਣ ਲੱਗਾ ਕਿ ਆਪ ਕੋਈ ਚਿੰਤਾ ਨਾ ਕਰੋ, ਮੈਂ ਤੁਹਾਡੀ ਪੂਰੀ ਪੂਰੀ ਸਹਾਇਤਾ ਕਰਾਂਗਾ, ਤੁਸੀਂ ਆਰਾਮ ਦੇ ਨਾਲ ਮਹਿਲਾਂ 'ਚ ਜਾ ਕੇ ਬੈਠ ਜਾਓ। ਅਤੇ ਆਪ ਵਿਸ਼ਨੂੰ ਦੀ ਭਗਤੀ ਦੇ ਵਿੱਚ ਲੀਨ ਹੋ ਗਿਆ। ਉਹ ਵਿਚਾਰਾ ਘਬਰਾ ਗਿਆ ਵੀ ਇਹ ਤਾਂ ਹੁਣ ਬਲਾ ਸਿਰ 'ਤੇ ਪੈ ਗਈ, ਮੈਂ ਤਾਂ ਆਪਦੇ ਸੁੱਖ ਨੂੰ ਆਇਆ ਸੀ। ਉਹਨੇ ਬਹੁਤ ਡਰ ਦੇ ਸਹਿਤ ਹੋ ਕੇ ਉਹਨੂੰ ਸਭ ਕੁਛ ਭੁੱਲ ਗਿਆ, ਦੀਨ ਦੁਨੀਆ ਦਾ ਚੇਤਾ ਹੀ ਭੁੱਲ ਗਿਆ ਵੀ ਮੈਂ ਕੌਣ ਹਾਂ, ਕੀ ਕਰ ਰਿਹਾ, ਕਿਵੇਂ ਦੀ ਮੇਰੀ ਭਾਵਨਾ। ਮਨ ਸ਼ੁੱਧ ਹੋ ਗਿਆ ਵਿਸ਼ਨੂੰ 'ਤੇ ਸ਼ਰਧਾ ਕਰਕੇ, ਅਤੇ ਉਹਨੇ ਬੜੀ ਇਕਾਗਰਤਾ ਦੇ ਨਾਲ ਨਾਮ ਜਪਿਆ, ਨਿਮਰਤਾ ਨਾਲ ਭਗਵਾਨ ਅੱਗੇ ਪ੍ਰਾਰਥਨਾ ਅਰਦਾਸ ਕੀਤੀ ਵੀ ਹੇ ਸੱਚਿਆ ਪਾਤਸ਼ਾਹ, ਹੇ ਭਗਵਾਨ ਵੀ ਮੈਂ ਆਪਦੇ ਮਤਲਬ ਵਾਸਤੇ ਤੇਰਾ ਨਾਮ ਵਰਤਿਆ, ਝੂਠ ਬੋਲਿਆ ਹੈ, ਅਤੇ ਭੇਖ ਮੈਂ ਤੇਰਾ ਧਾਰਿਆ। ਉਹਦੀ ਭਾਵਨਾ ਜਿਹੜੀ ਹੈ ਵਿਸ਼ਨੂੰ ਭਗਵਾਨ 'ਤੇ ਹੈ, ਪਰ ਮੈਂ ਵਿਸ਼ਨੂੰ ਨਹੀਂ ਹਾਂ। ਅਤੇ ਮਹਾਰਾਜ ਆਪਦੇ ਨਾਮ ਦੀ ਲੱਜਿਆ ਰੱਖੋ ਜੀ, ਮੇਰੀ ਵੀ ਇੱਜ਼ਤ ਪੱਤ ਰੱਖੋ। ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਕੁੱਟ-ਕੁੱਟ ਮਾਰ ਦੇਣਗੇ। ਆਪ ਜੀ ਦਾ ਬਿਰਧ ਗਰੀਬ ਨਵਾਜ ਪਤਤ ਪਾਵਨ ਹੈ। ਇਸ ਤਰ੍ਹਾਂ ਦੀ ਅਰਦਾਸ ਸੁਣ ਕੇ, ਪ੍ਰਾਰਥਨਾ ਸੁਣ ਕੇ ਭਗਵਾਨ ਵਿਸ਼ਨੂੰ ਜੀ ਗੁਰੂਆਂ ਪੀਰਾਂ ਸੰਤਾਂ ਭਗਤਾਂ ਬਜ਼ੁਰਗਾਂ ਦਾ ਇਹ ਮੱਤ ਹੈ, ਇਹ ਸੁਭਾਅ ਹੈ ਕਿ ਜਿਹੜਾ ਬੰਦਾ ਬਹੁਤਾ ਹੀ ਸਿਆਣਾ ਹੋਵੇ ਉਹਦੇ ਤੋਂ ਕਿਨਾਰਾ ਹੀ ਕਰਦੇ ਨੇ ਵੀ ਇਹ ਤਾਂ ਬਹੁਤ ਜ਼ਿਆਦਾ ਸਿਆਣਾ, ਇਹ ਤਾਂ ਸਮਝਦਾਰ ਹੈ। ਜਿਹੜਾ ਭੋਲਾ ਭਾਲਾ ਹੋ ਕੇ ਨਿਮਰਤਾ ਵਿੱਚ ਅਰਦਾਸ ਕਰੇ, ਭਾਵੇਂ ਉਹ ਮਾੜਾ ਵੀ ਹੈ ਤਾਂ ਉਹਦੇ 'ਤੇ ਪ੍ਰਸੰਨ ਹੁੰਦੇ ਹਨ। ਇਸ ਤਰ੍ਹਾਂ ਭਗਵਾਨ ਪ੍ਰਸੰਨ ਹੋ ਗਏ। ਮਾੜੇ ਤਾਂ ਪਹਿਲਾਂ ਹੁੰਦੇ ਨੇ, ਚੰਗੇ ਤਾਂ ਬਾਅਦ 'ਚ ਹੁੰਦੇ ਨੇ। ਉਹਨਾਂ ਨੂੰ ਪਤਾ ਵੀ ਇਹ ਤਾਂ ਪਹਿਲਾਂ ਹੀ ਚੰਗਾ ਹੈ, ਤਾਂ ਉਹ ਮਾੜੇ 'ਤੇ ਨਿਗਾਹ ਜਲਦੀ ਕਰਦੇ ਹਨ ਜੇ ਉਹ ਸੁਧਰ ਜਾਏ। ਸੋਚਿਆ ਵੀ ਇਹਨੇ ਮੇਰਾ ਭੇਖ ਧਾਰਨ ਕੀਤਾ ਜੀ, ਹੁਣ ਰਾਜੇ ਦੀ ਹਾਰ ਹੋ ਗਈ, ਇਹਦਾ ਕਿਸੇ ਨੇ ਵੀ ਨਾਮ ਨਹੀਂ ਲੈਣਾ। ਸਾਰੇ ਆਖਣਗੇ ਕਿ ਵੱਡਾ ਵਿਸ਼ਨੂੰ ਭਗਵਾਨ ਬਣਿਆ ਫਿਰਦਾ, ਬਹੁਤੀ ਤਾਕਤ ਵਾਲਾ, ਰਾਖਸ਼ਾਂ ਨੂੰ ਜਿੱਤਣ ਵਾਲਾ, ਅੱਜ ਮਾਮੂਲੀ ਜਿਹੇ ਰਾਜੇ ਕੋਲੋਂ ਹਾਰ ਗਿਆ। ਇਹ ਗੱਲ ਸੋਚ ਕੇ ਵਿਸ਼ਨੂੰ ਭਗਵਾਨ ਨੇ ਆਕਾਸ਼ਬਾਣੀ ਦੁਆਰਾ ਬਨੋਟੀ ਵਿਸ਼ਨੂੰ ਨੂੰ ਆਖਿਆ ਕਿ ਇਹ ਕਾਮੀਆਂ ਤੂੰ ਚਿੰਤਾ ਨਾ ਕਰ, ਹੌਸਲਾ ਰੱਖ, ਤੂੰ ਮੇਰਾ ਭੇਖ ਧਾਰਿਆ, ਇਸ ਲਈ ਮੈਂ ਤੇਰੀ ਆਪ ਹੀ ਆ ਕੇ ਪੈਜ ਰੱਖੂੰਗਾ। ਦੂਜਾ ਇਹ ਵੀ ਮੰਨਿਆ ਜਾਂਦਾ ਕਿ ਜਦ ਰਾਜੇ ਮੋਰਧਵਜ ਨੇ ਆ ਕੇ ਆਪਣੇ ਬਨੋਟੀ ਵਿਸ਼ਨੂੰ ਬਣੇ ਜਵਾਈ ਨੂੰ ਪ੍ਰਾਰਥਨਾ ਕੀਤੀ ਕਿ ਦੂਜਾ ਰਾਜਾ ਚੜ੍ਹਾਈ ਕਰਕੇ ਆ ਰਿਹਾ, ਤਾਂ ਉਸ ਬਨੋਟੀ ਵਿਸ਼ਨੂੰ ਨੇ ਆਪਣੇ ਸਹੁਰੇ ਰਾਜੇ ਨੂੰ ਕਿਹਾ ਕਿ ਮੈਂ ਸਹਾਇਤਾ ਕਰਾਂਗਾ। ਰਾਜੇ ਦੇ ਜਾਣ ਤੋਂ ਬਾਅਦ ਜਦ ਤਰਖਾਣ ਦਾ ਮੁੰਡਾ ਫਾਹਾ ਲੈ ਕੇ ਮਰਨ ਲੱਗਾ ਤਾਂ ਆਕਾਸ਼ਬਾਣੀ ਦੁਆਰਾ ਵਿਸ਼ਨੂੰ ਭਗਵਾਨ ਨੇ ਕਿਹਾ ਕਿ ਇਹ ਕਾਮੀਆਂ ਤੂੰ ਮੇਰਾ ਭੇਖ ਬਣਾਇਆ, ਇਸ ਲਈ ਹੁਣ ਤੂੰ ਮਰ ਨਾ। ਤੂੰ ਦੁਸ਼ਮਣ ਦੇ ਸਾਹਮਣੇ ਆਪਣੇ ਲੱਕੜ ਦੇ ਗਰੁੜ 'ਤੇ ਆਪਣੀਆਂ ਲੱਕੜ ਦੀਆਂ ਬਾਹਾਂ ਲਾ ਕੇ ਉਹਦੇ ਸਮੇਤ ਜਾ, ਮੈਂ ਇਹਨਾਂ 'ਚ ਆਪਣਾ ਬਲ ਪਾ ਦਿਆਂਗਾ। ਦੁਸ਼ਮਣ ਰਾਜਾ ਡਰ ਕੇ ਭੱਜ ਜਾਊਗਾ। ਇਉਂ ਜਦੋਂ ਤਰਖਾਣ ਦਾ ਪੁੱਤਰ ਲੱਕੜ ਦੇ ਗਰੜ 'ਤੇ ਲੱਕੜ ਦੀਆਂ ਬਾਹਾਂ ਲਾ ਕੇ ਦੁਸ਼ਮਣ ਦੇ ਸਾਹਮਣੇ ਆਇਆ ਤਾਂ ਦੁਸ਼ਮਣ ਰਾਜਾ ਡਰਦਾ ਦੌੜ ਗਿਆ ਕਿ ਵਿਸ਼ਨੂੰ ਆ ਗਿਆ। ਉਹੀ ਵਾਰਤਾ ਭਗਤ ਸਧਨਾ ਜੀ ਉਚਾਰਨ ਕਰਦੇ ਵਾਹਿਗੁਰੂ ਨੂੰ ਬੇਨਤੀ ਕਰ ਰਹੇ ਨੇ ਕਿ ਹੇ ਪਰਮੇਸ਼ਰ, ਜਿਵੇਂ ਆਪ ਜੀ ਨੇ ਉਸ ਕਾਮੀ ਦੇ ਭੇਖਧਾਰੀ ਦੀ ਪੈਜ ਰੱਖੀ, ਉਸ ਤਰ੍ਹਾਂ ਮੈਂ ਵੀ ਤੁਹਾਡੇ ਭਗਤਾਂ ਵਾਲਾ ਭੇਖ ਧਾਰਨ ਕੀਤਾ ਹੋਇਆ। ਮੈਂ ਕੋਈ ਨਿੱਜ ਪ੍ਰਯੋਜਨੀ ਅਤੇ ਕਾਮੀ ਨਹੀਂ ਹਾਂ, ਇਸ ਲਈ ਮੇਰੀ ਆਪ ਜੀ ਜ਼ਰੂਰ ਪਰ ਜ਼ਰੂਰ ਪੈਜ ਰੱਖੋ ਜੀ। ਫਿਰ ਆਕਾਸ਼ਬਾਣੀ ਹੋਈ, ਹੇ ਸਧਨੇ, ਤੂੰ ਆਪਣੇ ਕੀਤੇ ਕਰਮਾਂ ਦਾ ਫਲ ਭੋਗ ਲਾ ਅਤੇ ਦੁੱਖਾਂ ਨੂੰ ਸੁੱਖ ਰੂਪ ਜਾਣ ਕੇ ਸਹਾਰ ਲਾ। ਫਿਰ ਸਧਨਾ ਜੀ ਕਹਿਣ ਲੱਗੇ, ਤਾਵ ਗੁਣ ਕਹਾਂ ਜਗਤ ਗੁਰਾ। ਇਹ ਜਗਤ ਦੇ ਗੁਰੂ ਅਕਾਲ ਪੁਰਖ, ਫਿਰ ਤੇਰੇ ਗੁਣਾਂ ਨੂੰ ਗਾਉਣ ਦਾ ਕੀ ਫਾਇਦਾ ਹੋਇਆ?
ਤੇਰੀ ਬੰਦਗੀ ਕਰਨ ਦਾ ਕੀ ਉਪਕਾਰ ਹੋਇਆ। ਜੋ ਕਰਮ ਨ ਨਾਸੈ। ਜੇ ਬੰਦੇ ਦੇ ਕਰਮ ਹੀ ਨਾਸ਼ ਨਹੀਂ ਤੂੰ ਕੀਤੇ, ਜੇ ਪੂਰਬੇ ਲਿਖੇ ਕਰਮ ਹੀ ਨਾਸ਼ ਨਾ ਹੋਏ, ਫਿਰ ਨਾਮ ਜਪਣ ਦਾ ਫਾਇਦਾ ਕੀ ਹੋਇਆ। ਸਿੰਘ ਸਰਨ ਕਤ ਜਾਈਐ। ਹੇ ਰੱਬ ਜੀ, ਹੇ ਪਰਮੇਸ਼ਰ ਜੀ, ਸ਼ੇਰ ਦੀ ਓਟ ਦੇ ਵਿੱਚ ਕਾਹਦੇ ਵਾਸਤੇ ਜਾਈਏ। ਹੋ ਜਾਤ ਜੋ ਜੰਬਕ ਗਰਾਸੈ। ਜੇ ਗਿੱਦੜ ਨਹੀਂ ਗਰਸ ਜਾਣਾ ਮਤਲਬ ਖਾ ਜਾਣਾ ਹੈ। ਇਹ ਵਾਹਿਗੁਰੂ, ਫਿਰ ਸ਼ੇਰ ਦੀ ਸ਼ਰਨ ਦੀ ਤਰ੍ਹਾਂ ਆਪ ਜੀ ਦੀ ਓਟ ਲੈਣ ਲਈ ਗੁਰਾਂ ਕੋਲ ਕੀ ਜਾਈਏ। ਜੇਕਰ ਕਰਮਾਂ ਦੇ ਗਿੱਦੜ ਨੇ ਹੀ ਸਾਨੂੰ ਖਾ ਲੈਣਾ, ਭਾਵ ਜੇ ਤੂੰ ਕਰਮ ਫਲ ਭੋਗਣ ਤੋਂ ਹੀ ਨਾ ਛਡਾਇਆ, ਫਿਰ ਸਾਨੂੰ ਆਪ ਜੀ ਦੀ ਸ਼ਰਨ 'ਚ ਆਉਣ ਦਾ ਕੀ ਲਾਭ ਹੈ। ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਇਹ ਪੰਕਤੀ 'ਤੇ ਸ਼ੰਕਾ ਕੀਤੀ ਸੀ ਮੰਡੀ ਦੇ ਰਾਜੇ ਨੇ, ਤਾਂ ਗੁਰੂ ਸਾਹਿਬ ਨੇ ਸੁਪਨੇ ਦੇ ਵਿੱਚ ਉਹਦੇ ਕਈ ਜਨਮ ਭੁਗਤਾ ਕੇ, ਅਤੇ ਅੰਤਲਾ ਜਿਹੜਾ ਚੰਡਾਲਾ ਦਾ ਜਨਮ ਸੀ ਉਹਦੇ ਵਿੱਚ ਉਹਨੂੰ ਮਰਿਆ ਦੱਬਿਆ ਦਿਖਾਇਆ ਸੀ, ਅੱਤ ਦੀ ਗਰੀਬੀ ਭੋਗ ਕੇ। ਫਿਰ ਦਿਨੇ ਸ਼ਿਕਾਰ ਖੇਡਣ ਗਏ, ਗੁਰਦੁਆਰਾ ਗੁਰੂ ਕਾ ਬਾਗ ਹੈ ਰਾਜਾ ਸਾਂਸੀ ਦੇ ਕੋਲ। ਉੱਥੇ ਉਹੀ ਘਰ ਵਾਲੀ, ਉਹੀ ਬੱਚੇ, ਉਹੀ ਆਪਦੀ ਕਬਰ ਵੇਖੀ। ਕਬਰ 'ਚ ਵੇਖਿਆ ਵੀ ਆਪਦਾ ਹੀ ਰੂਪ। ਇੰਝ ਮਹਾਰਾਜ ਨੇ ਪ੍ਰਤੱਖ ਦਿਖਾਤਾ, ਅਤੇ ਇਉਂ ਉਹਦੇ ਜਿਹੜੇ ਕਰਮ ਸੀਗੇ ਸੁਪਨੇ 'ਚ ਭੁਗਤਾ। ਅਤੇ ਫਿਰ ਪਰਮੇਸ਼ਰ ਨੇ ਕਿਹਾ ਕਿ ਹੁਣ ਤੂੰ ਦੁੱਖ ਸਹਾਰ ਲੈ, ਮੈਂ ਤੈਨੂੰ ਅੰਤ ਸਮੇਂ ਮੁਕਤ ਕਰ ਦੇਵਾਂਗਾ, ਸੰਸਾ ਨਾ ਕਰ। ਇਹ ਸੁਣ ਕੇ ਸਧਨਾ ਜੀ ਕਹਿਣ ਲੱਗੇ, ਰਹਾਉ ਵਿਸ਼ਰਾਮ ਦੇ ਕੇ ਬੇਨਤੀ ਕਰਦੇ ਹਨ। ਏਕ ਬੂੰਦ ਜਲ ਕਾਰਨੇ। ਇਹ ਪਰਮੇਸ਼ਰ, ਪਾਣੀ ਦੀ ਇੱਕ ਸਵੰਤੀ ਬੂੰਦ ਵਾਸਤੇ ਚਾਤ੍ਰਿਕ ਦੁੱਖ ਪਾਵੈ। ਬੰਬੀਹਾ ਦੁੱਖ ਪਾਉਂਦਾ ਹੈ, ਭਾਵ ਬੰਬੀਹਾ ਪਿਆਸ ਦੇ ਦੁੱਖ ਨੂੰ ਪਾ ਕੇ ਪ੍ਰਾਣ ਛੱਡ ਜਾਏ। ਪ੍ਰਾਨ ਗਾਏ ਸਾਗਰ ਮਿਲੈ। ਜੇਕਰ ਬੰਬੀਹੇ ਦੇ ਸਵੰਤੀ ਬੂੰਦ ਤੋਂ ਬਗੈਰ ਪ੍ਰਾਣ ਹੀ ਨਿਕਲ ਗਏ, ਫਿਰ ਭਾਵੇਂ ਉਹਨੂੰ ਸਵੰਤੀ ਬੂੰਦਾਂ ਦਾ ਸਮੁੰਦਰ ਮਿਲ ਜਾਵੇ, ਹੁਣ ਕਾਮ ਨ ਆਵੈ। ਫਿਰ ਉਹਦੇ ਕਿਸੇ ਕੰਮ ਨਹੀਂ ਆਉਂਦਾ ਹੈ। ਇੰਝ ਜੇਕਰ ਮੈਂ ਹੁਣ ਦੁੱਖ ਸਹਾਰ ਕੇ ਮਾਰੀ ਗਿਆ, ਤਾਂ ਅੰਤ ਨੂੰ ਆਪ ਜੀ ਦਾ ਮੁਕਤ ਕਰ ਦੇਣਾ ਕਿਸ ਕੰਮ ਹੈ। ਭਾਵ ਹੁਣ ਮੇਰੀ ਜਿਉਂਦੇ ਦੀ ਰੱਖਿਆ ਨਹੀਂ ਕਰਦੇ, ਫਿਰ ਮੈਨੂੰ ਮੁਕਤੀ ਦਾ ਸਮੁੰਦਰ ਦੇ ਦੇਵੋਗੇ, ਜਿਹਦਾ ਮੇਰੇ ਤਾਈਂ ਕੀ ਲਾਭ ਹੋਵੇਗਾ, ਅਰਥਾਤ ਕੋਈ ਲਾਭ ਨਹੀਂ ਹੋਵੇਗਾ। ਫਿਰ ਆਕਾਸ਼ਬਾਣੀ ਹੋਏ ਕਿ ਧੀਰਜ ਤਾਂ ਰੱਖ, ਤੂੰ ਘਬਰਾਉਂਦਾ ਕਿਉਂ ਆ, ਮੈਂ ਵੇਖ ਤੇਰੇ ਨਾਲ ਹਾਂ, ਤੇਰੀ ਰੱਖਿਆ ਮੈਂ ਕਰਦਾ। ਇਹ ਸੁਣ ਕੇ ਸਧਨਾ ਜੀ ਕਹਿਣ ਲੱਗੇ, ਪ੍ਰਾਨ ਜੁਥਾ ਕੇ ਥਿਰ ਨਹੀਂ। ਉਹ ਗਲੇ ਤੱਕ ਇੱਟਾਂ ਆ ਗਈਆਂ ਸਨ, ਮਿੰਟਾਂ ਸਕਿੰਟਾਂ 'ਚ ਉਹ ਸਿਰ ਵੀ ਨੱਪਿਆ ਜਾਣਾ ਸੀ ਇੱਟਾਂ ਵਿੱਚ। ਇਹ ਪਰਮੇਸ਼ਰ, ਜੋ ਮੇਰੇ ਸਰੀਰ ਵਿੱਚ ਸਵਾਸ ਨੇ ਉਹ ਤਾਂ ਮੁੱਕ ਚੱਲੇ ਨੇ, ਥਕਤ ਹੋ ਚੱਲੇ ਨੇ, ਅਸਥਿਤ ਨਹੀਂ ਰਹਿੰਦੇ। ਮੇਰਾ ਚਿੱਤ ਘਬਰਾ ਰਿਹਾ ਹੈ, ਪੇਟ ਅਤੇ ਛਾਤੀ ਉਹ ਦੱਬੀ ਗਈ ਇੱਟਾਂ ਦੇ ਨਾਲ, ਪੈਰਾਂ ਦੇ ਉੱਪਰ, ਲੱਤਾਂ ਦੇ ਉੱਪਰ ਇੱਟਾਂ ਦਾ ਵੇਖੋ ਕਿੰਨਾ ਭਾਰ ਹੈ, ਅਤੇ ਮੇਰੀ ਤਾਂ ਜਾਨ ਨਿਕਲ ਚੱਲੀ ਜੇ। ਕੈਸੇ ਬਿਰਮਾਵੋ। ਤੁਸੀਂ ਗੱਲਾਂ ਬਾਤਾਂ ਜੀ ਪਰਚਾਉ ਰਹੇ, ਮੈਨੂੰ ਧੀਰਜ ਰੱਖ, ਤੇਰੀ ਰੱਖਿਆ ਕਰਾਂਗੇ। ਕਰੋਗੇ ਕਦੋਂ, ਜਦੋਂ ਮੈਂ ਮਰ ਗਿਆ। ਸਾਹ ਤਾਂ ਮੇਰੇ ਉੱਭੜ ਖੜੁੱਭੜੇ ਉਟਕ ਗਏ ਹਨ, ਕੀ ਤੁਸੀਂ ਮੈਨੂੰ ਮੁਕਤ ਕਰ ਦਿਓਗੇ। ਇਹ ਪਰਮੇਸ਼ਰ, ਜੇ ਤੂੰ ਮੈਨੂੰ ਮਰੇ ਨੂੰ ਮੁਕਤੀ ਦੇਣੀ ਹੈ, ਉਹ ਤਾਂ ਇੰਝ ਹੈ। ਬੂੜ ਮੋਏ ਨੌਕਾ ਮਿਲੈ। ਜਿਵੇਂ ਪਾਣੀ 'ਚ ਡੁੱਬ ਕੇ ਮਰੇ ਪੁਰਖ ਨੂੰ ਬਾਅਦ ਦੇ ਵਿੱਚ ਬੇੜੀ ਪ੍ਰਾਪਤ ਹੋ ਜਾਵੇ। ਹੁਣ ਕੈਸ ਕਹੋ ਕਾਹੇ ਚੜਾਵੋ। ਤਾਂ ਦੱਸੋ ਖਾਂ, ਕਿਸ ਨੂੰ ਬੇੜੀ ਤੇ ਚੜਾਓਗੇ, ਮੁਰਦੇ ਨੂੰ? ਉਹ ਤਾਂ ਉਹੀ ਤਰਨ ਲੱਗ ਪੈਂਦੀ ਲਾਸ਼। ਦੱਸੋ ਫਿਰ ਉਹਨੂੰ ਬੇੜੀ ਤੇ ਚੜਾਉਣ ਦਾ ਲਾਭ ਕੀ ਹੈ? ਕੋਈ ਲਾਭ ਨਹੀਂ ਹੈ। ਇੰਝ ਜੇ ਤੁਸੀਂ ਮੇਰੇ ਜਿਉਂਦੇ ਦੀ ਰੱਖਿਆ ਨਹੀਂ ਕਰਦੇ, ਫਿਰ ਮੈਨੂੰ ਮੁਕਤੀ ਰੂਪ ਬੇੜੀ ਤੇ ਚੜਾ ਕੇ ਕੀ ਕਰੋਗੇ? ਭਾ ਫਿਰ ਮੇਰੇ ਤਾਂ ਹੀ ਕੋਈ ਲਾਭ ਨਹੀਂ ਹੋਣਾ। ਲੋਕ ਸਗੋਂ ਕਹਿਣਗੇ ਕਿ ਪਰਮੇਸ਼ਰ ਦੀ ਭਗਤੀ ਕਰਨ ਵਾਲਾ ਵੇਖ ਲਓ, ਅਰੁੰਦਾ ਮਰ ਗਿਆ ਸਧਨਾ ਭਗਤ। ਸਲੇਮ ਸ਼ਾਹ ਬਾਦਸ਼ਾਹ ਨੇ ਨੀਂਦ ਚਿਣ ਕੇ ਉਹਨੂੰ ਮਾਰ ਸੁੱਟਿਆ। ਫਿਰ ਆਕਾਸ਼ਬਾਣੀ ਹੋਈ ਕਿ ਹੇ ਸਧਨੇ, ਤੇਰੇ ਹਿਰਦੇ 'ਚ ਹਉਮੈ ਹੈ, ਇਸ ਲਈ ਮੈਂ ਤੇਰੀ ਰੱਖਿਆ ਨਹੀਂ ਕਰ ਰਿਹਾ, ਤਾਂ ਮੈਂ ਤੈਨੂੰ ਦਰਸ਼ਨ ਨਹੀਂ ਦੇ ਰਿਹਾ। ਤੂੰ ਆਪਦੀ ਹਉਮੈ ਤਾਂ ਮੇਟ, ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ।
ਹਉਮੈ ਦੀਰਘ ਰੋਗ ਹੈ। ਸੋ ਹਰ ਜੀਓ ਅਹੰਕਾਰ ਨਾ ਭਾਵੀ। ਤੈਨੂੰ ਤਾਂ ਸਰੀਰ ਦਾ ਹੀ ਮੋਹ ਮਾਰੀ ਜਾ ਰਿਹਾ, ਤੂੰ ਸਰੀਰ ਦੇ ਨਾਲ ਜੁੜਿਆ ਹੋਇਆ, ਮੇਰੇ ਨਾਲ ਜੁੜਿਆ ਹੀ ਨਹੀਂ, ਮੈਂ ਤੈਨੂੰ ਦਰਸ਼ਨ ਕਿਵੇਂ ਦੇਵਾਂ ਤੇ ਰੱਖਿਆ ਕਿਵੇਂ ਕਰਾਂ। ਇਹ ਗੱਲ ਸੁਣ ਕੇ ਅੱਗੋਂ ਭਗਤ ਜੀ ਨਿਮਰਤਾ ਨਾਲ ਬੇਨਤੀ ਕਰਨ ਲੱਗੇ, ਮੈਂ ਨਹੀਂ ਕਛ ਹਉ ਨਹੀਂ। ਇਹ ਪਰਮੇਸ਼ਰ ਮੇਰੀ ਦੇਹ ਵੀ ਆਪਣੀ ਨਹੀਂ ਹੈ। ਇੱਕਦਮ ਉਹਨਾਂ ਦੇ ਕਪਾਟ ਖੁੱਲ ਗਏ। ਜਦ ਮਹਾਰਾਜ ਦੀ ਆਵਾਜ਼ ਕੰਨੀ ਪਈ, ਸਰੀਰ ਦਾ ਮੋਹ ਛੁੱਟ ਗਿਆ। ਕਹਿਣ ਲੱਗਾ ਵੀ ਮੇਰਾ ਸੰਬੰਧੀ ਵੀ ਕੋਈ ਨਹੀਂ ਹੈ, ਮੈਂ ਸਤੂਲ ਸਰੀਰ ਦਾ ਅਭਿਮਾਨ ਵੀ ਨਹੀਂ ਕੀਤਾ। ਹੈ ਵਾਹਿਗੁਰੂ, ਕਿਛ ਆਹੇ ਨਾ ਮੋਰਾ। ਕੁਝ ਸੂਖਮ ਸਰੀਰ ਦੀ ਹੰਗਤਾ ਵੀ ਨਹੀਂ ਕੀਤੀ, ਤੇ ਮੇਰੇ ਕੋਲ ਕੁਝ ਆਪਣਾ ਪਦਾਰਥ ਵੀ ਨਹੀਂ ਹੈ। ਮੈਂ ਸਤੂਲ ਸਰੀਰ ਵੀ ਨਹੀਂ ਆ, ਮੈਂ ਕੋਈ ਸੂਖਮ ਸਰੀਰ ਵੀ ਨਹੀਂ, ਮੇਰੇ ਕੋਲ ਕਾਰਨ ਸਰੀਰ ਵੀ ਨਹੀਂ ਹੈ। ਅਵਸਰ ਲੱਜਾ ਰਾਖ ਲਿਹੋ। ਇਹ ਪਰਮੇਸ਼ਰ ਇਸ ਸਮੇਂ ਮੇਰੀ ਲੱਜਿਆ ਪਤ ਆਬਰੂ ਰੱਖ ਲੈਣਾ ਕਰੋ ਜੀ। ਸਦਨਾ ਜਨ ਤੋਰਾ। ਮੈਂ ਸਦਨਾ ਕਸਾਈ ਆਪ ਜੀ ਦਾ ਦਾਸ ਹਾਂ। ਹੀ ਵਾਹਿਗੁਰੂ ਜੀ, ਤੇਰਾ ਹੀ ਦਿੱਤਾ ਹੈ ਜੋ ਵੀ ਹੈ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਹੁਣ ਤੇਰੀ ਮਰਜ਼ੀ ਹੈ। ਜਦ ਹਉਮੈ ਤੋਂ ਰਹਿਤ ਹੋ ਗਿਆ ਉਸ ਵਕਤ ਸੋ ਪਰਮੇਸ਼ਰ ਨੇ ਆਪਦੇ ਹੁਕਮ ਦੇ ਵਿੱਚ ਅਜਿਹੀ ਹਵਾ ਚਲਾਈ, ਜਿਸ ਹਵਾ ਕਰਕੇ ਦੀਵਾਰ ਦੇ ਵਿੱਚ ਭਗਤ ਸਧਨਾ ਜੀ ਨੂੰ ਜਿਹਦੇ 'ਚ ਚਿੰਨ ਰਹੇ ਸੀ, ਉਹ ਦਾੜ ਦਾੜ ਕਰਕੇ ਡਿੱਗ ਪਈ। ਉਹਦੀਆਂ ਸਾਰੀਆਂ ਇੱਟਾਂ ਖਿਲਰ ਬੁਲਰ ਗਈਆਂ। ਜਿਹਦੇ ਇੱਕ ਪਾਸੇ ਦੀਆਂ ਕੁਝ ਇੱਟਾਂ ਬ੍ਰਾਹਮਣਾਂ, ਦੂਜੇ ਪਾਸੇ ਦੀਆਂ ਕਾਜ਼ੀਆਂ ਈਰਖਾਲੂ ਲੋਕਾਂ ਦੇ ਮੱਥੇ 'ਚ ਜਾ ਵੱਜੀਆਂ। ਸਧਨਾ ਭਗਤ ਸਹੀ ਸਲਾਮ ਸੁੱਖ ਨਾਲ ਨੀਂਹ 'ਚੋਂ ਬਾਹਰ ਨਿਕਲ ਕੇ ਆਰਾਮ ਨਾਮ ਕਰਦਾ ਆਪਣੇ ਰਾਹ ਪਿਆ। ਤੀਰਥ ਯਾਤਰਾ ਕਰਦੇ ਆਪਦੇ ਘਰ ਨੂੰ ਆਏ, ਇਉਂ ਭਗਤ ਦੀ ਰਕਸ਼ਾ ਕੀਤੀ। ਇਹ ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਲਾਵਲ ਰਾਗ ਦੀ ਭਗਤ ਬਾਣੀ ਦੇ ਵਿੱਚ ਇਹ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਹੁਣ ਨਵਾਂ ਰਾਗ ਪ੍ਰਾਰੰਭ ਹੋ ਰਿਹਾ ਹੈ। ਆਓ ਪਿਆਰ ਦੇ ਨਾਲ ਸਰਵਣ ਕਰੋ ਜੀ। ਬਿਲਾਵਲ ਰਾਗ ਦੀ ਸਮਾਪਤੀ ਹੋਈ ਹੈ। ਪਿਆਰ ਨਾਲ ਹੁਣ ਗੌਣ ਰਾਗ ਦੀ ਪ੍ਰਾਰੰਭ ਦਾ ਸਰਵਣ ਕਰੋ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਰਾਗ ਗੋਂਡ। ਗੌਂਡ ਰਾਗ ਦੀ ਸ਼ੁਭ ਪ੍ਰਾਰੰਭਤਾ ਹੋ ਰਹੀ ਹੈ। ਇੱਕੋ ਓੰਕਾਰ। ਵਾਹਿਗੁਰੂ ਇੱਕ ਹੈ। ਸਭ ਤੋਂ ਪਹਿਲਾਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ, ਕਿਉਂਕਿ ਜਦੋਂ ਵੀ ਪ੍ਰਕਰਨ ਚੇਂਜ ਹੁੰਦਾ ਜਾਂ ਰਾਗ ਦੀ ਆਰੰਭਤਾ ਹੁੰਦੀ ਹੈ, ਗੁਰੂ ਸਾਹਿਬ ਜੀ ਮੰਗਲ ਜ਼ਰੂਰ ਕਰਦੇ ਨੇ। ਇਹ ਜਿਹੜਾ ਗੌਂਡ ਰਾਗ ਹੈ, ਖਾਡਵ ਜਾਤੀ ਦਾ ਸ਼ੁੱਧ ਸੰਕੀਰਨ ਰਾਗ ਹੈ, ਜੋ ਧਨਾਸਰੀ ਮਲਾਰ ਅਤੇ ਬਿਲਾਵਲ ਦੇ ਮੇਲ ਤੋਂ ਬਣਦਾ। ਦਿਨ ਦੇ ਤੀਜੇ ਪਹਿਰ ਗਾਏ ਜਾਣ ਵਾਲਾ ਹੈ। ਸ੍ਰੀ ਰਾਗ ਦੇ 5 ਪੁੱਤਰਾਂ 'ਚੋਂ ਇੱਕ ਪੁੱਤਰ ਹੈ। ਸਾਲੂ ਸਾਰਗ ਸਾਗਰਾ ਔਰ ਗੋਡ ਗੰਭੀਰ, ਅਸ਼ਟਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਭਾਰਤੀ ਸੰਗੀਤ 'ਚ ਕਠਨ ਦੇ ਪੁਰਾਤਨ ਰਾਗ ਵਜੋਂ ਜਾਣੇ ਜਾਂਦੇ ਰਾਗ ਗੌਣ ਅਧੀਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਮਹੱਲਾ ਚੌਥਾ ਪੰਜਵਾਂ ਤੇ ਭਗਤ ਕਬੀਰ, ਨਾਮਦੇਵ ਤੇ ਰਵਿਦਾਸ ਜੀ ਦੀ ਬਾਣੀ ਗੁਰੂ ਸਾਹਿਬਾਂ ਨੇ ਅੰਕਿਤ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹਦਾ 17ਵਾਂ ਸਥਾਨ ਹੈ। ਭਾਰਤੀ ਸੰਗੀਤ ਵਿੱਚ ਪ੍ਰਚਲਿਤ ਰਾਗ ਗੌਂਡ ਸਿੱਖ ਕੀਰਤਨਕਾਰਾਂ ਵਿੱਚ ਵਿਸ਼ੇਸ਼ ਰੂਪ ਦੇ ਵਿੱਚ ਪ੍ਰਚਲਿਤ ਹੈ। ਇਹ ਰਾਗ 'ਚ ਸਾਰੇ ਸੁਰ ਸ਼ੁੱਧ ਲੱਗਦੇ ਨੇ। ਸਾਰੇ ਗਾਮਾ ਪਾ ਧਾ ਨੀ ਸਾ। ਇਹਦਾ ਵਾਦੀ ਛੜਜ ਤੇ ਸਮਾਧੀ ਮੱਧਮ, ਥਾਟ ਬਿਲਾਵਲ, ਸਮਾਂ ਦਿਨ ਦਾ ਦੂਜਾ ਪੈਰ ਤੇ ਜਾਤੀ ਸੰਪੂਰਨ ਹੈ। ਮਹਾਰਾਜ ਮੰਗਲ ਕਰਦੇ ਨੇ। ਇਹਦੀ ਆਰੰਭਤਾ ਤੋਂ ਪਹਿਲਾਂ ਇੱਕ ਅਦੁੱਤੀ ਪਰਮੇਸ਼ਰ ਹੈ, ਓੰਕਾਰ, ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਨਾਮ। ਤ੍ਰੈ ਕਾਲ ਆਬਾਦ ਰੂਪ ਪ੍ਰਸਿੱਧ ਹੈ। ਕਰਤਾ ਪੁਰਖ। ਜਗਤ ਨੂੰ ਰਚਨਹਾਰ, ਸਾਰੀਆਂ ਥਾਵਾਂ ਵਿੱਚ ਪਰਿਪੂਰਨ ਹੈ। ਨਿਰਭਉ। ਭੈ ਤੋਂ ਰਹਿਤ ਹੈ। ਨਿਰਵੈਰ। ਵੈਰ ਤੋਂ
ਹਸਤੀ ਵਾਲਾ ਹੈ। ਅਜੂਨੀ ਸਭੰ ਅਜਨਮ ਰੂਪ ਸੁਤੇ ਪ੍ਰਕਾਸ਼ ਰੂਪ ਵਾਲਾ ਹੈ। ਗੁਰ ਪ੍ਰਸਾਦ ਗੁਰ ਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਪਰਮੇਸ਼ਰ ਹੈ। ਐਸੀ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਰਾਗ ਗੌਂਡ ਚੌਪਦੇ ਮਹੱਲਾ ਚੌਥਾ। ਚੌਥੇ ਸਰੂਪ ਸਤਿਗੁਰੂ ਰਾਮਦਾਸ ਸਾਹਿਬ ਜੀ ਚਾਰ ਪਦੀਆਂ ਵਾਲੇ ਸ਼ਬਦ ਇਹ ਗੌਂਡ ਰਾਗ ਦੇ ਵਿੱਚ ਪਹਿਲਾਂ ਉਚਾਰ ਰਹੇ ਹਨ। ਘਰ ਪਹਿਲਾ ਪਹਿਲੇ ਘਰ ਸੁਰਤਾਲ ਦੇ ਅੰਦਰ ਇਹ ਪਾਵਨ ਬਾਣੀ ਲਿਖਵਾ ਰਹੇ ਨੇ। ਜੀ ਮਨ ਚਿਤ ਆਸ ਰਖਹਿ ਹਰਿ ਉਪਰ। ਕਬੀਰ ਜੀ ਦਾ ਉਪਦੇਸ਼ ਹੈ, ਕਬੀਰ ਆਸਾ ਕਰੀਏ ਰਾਮ ਕੀ ਅਵਰ ਆਸ ਨਿਰਾਸ। ਇੱਕ ਵਾਹਿਗੁਰੂ ਦੀ ਆਸਾ ਰੱਖਣੀ ਚਾਹੀਦੀ ਹੈ। ਇਹ ਮੇਰਿਆ ਮਨਾ, ਜੇ ਤੂੰ ਆਪਦੇ ਚਿੱਤ ਹਿਰਦੇ 'ਚ ਇੱਕ ਪਰਮੇਸ਼ਰ ਤੇ ਆਸ ਉਮੀਦ ਰੱਖਣਾ ਕਰੇਗਾ ਤਾਂ ਮਨ ਚਿੰਦੇ ਅਨੇਕ ਅਨੇਕ ਫਲ ਪਾਈ। ਤਾਂ ਮਨ ਇੱਛਤ ਅਣਗਿਣਤ ਪ੍ਰਕਾਰ ਦੇ ਬੇਅੰਤ ਹੀ ਮੁਕਤ ਰੂਪ ਗਿਆਨ ਰੂਪ ਆਦਿਕ ਫਲਾਂ ਨੂੰ ਪਾ ਲਵੇਂਗਾ। ਜਾਂ ਬਾਲਕ ਜਵਾਨੀ ਬਿਰਧ ਅਵਸਥਾ ਦੀ ਬਹੁਤ ਸਾਰੀਆਂ ਚਿਤਵਨੀਆਂ ਤੇਰੀਆਂ ਪੂਰੀਆਂ ਹੋ ਜਾਣਗੀਆਂ ਤੇ ਧਰਮ ਅਰਥ ਕਾਮ ਮੋਖ ਆਦਿਕ ਫਲਾਂ ਨੂੰ ਪਾ ਲਵੇਂਗਾ। ਜਿਹੜਾ ਬੰਦਾ ਮੰਗਦਾ ਹੈ ਉਹ ਭੁੱਖਾ ਰਹਿੰਦਾ ਹੈ। ਆ ਜਿਹੜੇ ਮੰਗਣ ਵਾਲੇ ਮੰਗਤੇ ਨੇ, ਜਿਹਨਾਂ ਨੂੰ ਕਹੋ ਵੀ ਕਣਕ ਦੀ ਬੋਰੀ ਚੁੱਕ ਕੇ ਲੈ ਜਾਓ, ਤੇ ਉਹ ਬੋਰੀ ਚੁੱਕ ਕੇ ਵੀ ਮੰਗਦੇ ਤੁਸੀਂ ਦੇਖੋਗੇ, ਕਿਉਂਕਿ ਉਹਨਾਂ ਦੀ ਹੈਬਿਟ ਸੁਭਾਅ ਹੀ ਬਣ ਗਿਆ। ਜੇ ਕਹੋ ਨਾ ਰੋਟੀ ਖਾ ਲਓ ਜਾਂ ਕੱਪੜਾ ਲੈ ਲਓ, ਕਹਿਣਗੇ ਪੈਸੇ ਦਿਓ। ਸੁਭਾਅ ਹੁੰਦਾ ਕਈਆਂ ਦਾ ਮੰਗਣਾ। ਮਹਾਰਾਜ ਕਹਿੰਦੇ ਜੋ ਮੰਗ ਹੈ ਸੋ ਭੁੱਖਾ ਰਹੇ। ਉਹ ਬੰਦਾ ਹਮੇਸ਼ਾ ਤੁਸੀਂ ਭੁੱਖਾ ਹੀ ਦੇਖੋਗੇ ਜਿਹਦਾ ਸੁਭਾਅ ਹੀ ਮੰਗਣਾ ਬਣ ਗਿਆ। ਅਤੇ ਜੇ ਆਪਾਂ ਰੱਬ 'ਤੇ ਆਸ ਰੱਖਾਂਗੇ ਵੀ ਆਪੇ ਉਹਨੂੰ ਪਤਾ ਹੀ ਹੈ, ਤਾਂ ਕੀ ਪਤਾ ਮੰਗਿਆਂ ਤਾਂ ਇੱਕ ਚੀਜ਼ ਮਿਲਣੀ ਹੈ, ਅਤੇ ਮੰਗਣ ਤੋਂ ਬਗੈਰ ਕੀ ਪਤਾ ਮਹਾਰਾਜ ਨੇ ਕੀ ਸੋਚਿਆ, ਬਹੁਤਾ ਹੀ ਸਾਨੂੰ ਦੇ ਦੇਵੇ। ਤਾਂ ਇਸ ਵਾਸਤੇ ਮੰਗਣ ਤੋਂ ਬਗੈਰ ਵੀ ਮਹਾਰਾਜ ਬਹੁਤ ਕੁਛ ਦਿੰਦਾ, ਜੋ ਸੋਚਿਆ ਵੀ ਨਹੀਂ ਉਹ ਜ਼ਿੰਦਗੀ ਵਿੱਚ ਮਿਲਦਾ ਹੈ। ਹਰ ਜਾਣੈ ਸਭ ਕੇਸ਼ਾ ਜੋ ਜੀਅ ਵਰਤੈ। ਇਹ ਮਨਾ ਹਰੀ ਪਰਮੇਸ਼ਰ ਸਭ ਕੁਛ ਜਾਣਦਾ ਹੈ, ਜੋ ਕੁਝ ਜੀਵਾਂ ਦੇ ਹਿਰਦੇ ਵਿੱਚ ਵਰਤਦਾ ਹੈ। ਪ੍ਰਭ ਘਾਲਿਆ ਕਿਸੈ ਕਾ ਇਕ ਤਿਲ ਨ ਗਵਾਈ। ਕਿਸੇ ਚੰਗੇ ਸਰਦਾਰ ਦੀ ਨੌਕਰੀ ਕਰੋ, ਉਹ ਵੀ ਪੈਸੇ ਦੇ ਕੇ ਤੋਰਦਾ। ਨਵੇਂ ਸਾਲ 'ਤੇ ਦੀਵਾਲੀ ਵਿਸਾਖੀ 'ਤੇ ਉਹ ਗਿਫਟ ਵੀ ਦਿੰਦਾ ਹੈ। ਅਤੇ ਤੁਸੀਂ ਮਹਾਰਾਜ ਨੂੰ ਕੀ ਸਮਝਿਆ ਹੋਇਆ ਵੀ ਆਪਾਂ ਐਵੇਂ ਤੁਰੇ ਫਿਰਦੇ ਹਾਂ ਵੀ ਇਹਨਾਂ ਦੇ ਘਰ ਮਹਾਰਾਜ ਨੂੰ ਕੁਛ ਪਤਾ ਨਹੀਂ ਵੀ ਕੋਈ ਕੀ ਕਰ ਰਿਹਾ ਹੈ। ਤੋ ਇਸ ਵਾਸਤੇ ਮਹਾਰਾਜ ਤਾਂ ਸਰਦਾਰਾਂ ਦਾ ਸਰਦਾਰ ਬਣਾਉਣ ਵਾਲਾ ਹੈ। ਉਹ ਕਿਸੇ ਦਾ ਘਾਲਿਆ ਹੋਇਆ ਕਿਸੇ ਦੀ ਕਮਾਈ ਨੂੰ ਆਪਦੇ ਕੋਲ ਕਿਉਂ ਰੱਖੂਗਾ ਭਲਾ? ਤੁਸੀਂ ਦੱਸੋ। ਮਹਾਰਾਜ ਨੂੰ ਕਿਸੇ ਤਰ੍ਹਾਂ ਦੀ ਭੁੱਖ ਹੈ? ਉਹ ਕਿਸੇ ਦੀ ਕਮਾਈ ਇੱਕ ਤਿਲ ਮਾਤਰ ਵੀ ਅਜਾਈ ਨਹੀਂ ਗਵਾਉਂਦਾ, ਹਰੇਕ ਨੂੰ ਕਰਮ ਦਾ ਫਲ ਦਿੰਦਾ। ਜੇ ਮਾੜੇ ਦਾ ਪਾਪ ਦਾ ਮਿਲਦਾ ਤੇ ਚੰਗੇ ਦਾ ਕਿਉਂ ਨਹੀਂ ਮਿਲੂਗਾ? ਚੰਗੇ ਦਾ ਵੀ ਦਊਗਾ ਉਹ। ਤੋ ਇਸ ਵਾਸਤੇ ਵਿਣ ਸੇਵਾ ਫਲ ਕਬੋ ਨਾ ਪਾਵਸ। ਪਰ ਵਿਹਲਿਆਂ ਨੂੰ ਨਹੀਂ ਕੁਛ ਮਿਲਦਾ, ਸੇਵਾ ਕਰਕੇ ਮਿਲਦਾ ਹੈ। ਕਹੋ ਕਬੀਰ ਭਗਤ ਕਰ ਪਾਇਆ, ਭਗਤੀ ਕਰਕੇ ਪਾਇਆ ਹੈ, ਵਿਹਲਿਆਂ ਨੇ ਨਹੀਂ। ਵਿਣ ਸੇਵਾ ਫਲ ਕਬੋ ਨਾ ਪਾਵਸ, ਸੇਵਾ ਕਰਨੀ ਸਾਰੀ। ਤੋ ਇਸ ਤਰ੍ਹਾਂ ਰੱਬ ਦੇ ਆਸਾ ਰੱਖ ਕੇ, ਕਿਉਂਕਿ ਜਿਹੜੀ ਗੁਰਬਾਣੀ ਹੈ ਇਹ ਤਾਂ ਪਰਮਾਤਮਾ ਦੀ ਹੈ, ਕਿਸੇ ਬੰਦੇ ਦੀ ਤਾਂ ਹੈ ਨਹੀਂ। ਜਿਹੜੀ ਸੇਵਾ ਹੈ ਇਹ ਵੀ ਰੱਬ ਦੀ ਹੈ, ਕਿਸੇ ਇਨਸਾਨ ਦੀ ਹੈ ਨਹੀਂ। ਤੋ ਇਸ ਵਾਸਤੇ ਇਹ ਤਿਲ ਮਾਤਰ ਵੀ ਮਹਾਰਾਜ ਨਹੀਂ ਗਵਾਉਂਦਾ। ਸਾਨੂੰ ਸਭ ਕੁਝ ਜਾਣਦਾ ਵੀ ਇਹਦੇ ਮਨ ਵਿੱਚ ਕੀ ਹੈ, ਚਾਹੁੰਦਾ ਕੀ ਹੈ। ਉਹਦੀ ਮਰਜ਼ੀ ਆ, ਉਹ ਦੇਵੇ ਜਾਂ ਨਾ ਦੇਵੇ, ਜਾਂ ਕੁਝ ਸਮਾਂ ਪਾ ਕੇ ਦੇਵੇ। ਆਪਾਂ ਛੇਤੀ ਘਬਰਾ ਜਾਂਦੇ ਹਾਂ। ਹਾਰ ਤਿਸ ਕੀ ਆਸ ਕੀਜੈ ਮਨ ਮੇਰੇ। ਇਸ ਲਈ ਹੈ ਮੇਰਿਆ ਮਨਾ, ਤੂੰ ਹਰੀ ਪਰਮੇਸ਼ਰ ਦੀ ਚਿੱਤ ਵਿੱਚ ਆਸ ਉਮੀਦ ਕਰ। ਜੋ ਸਭ ਮਹਿ ਸੁਆਮੀ ਰਹਿਆ ਸਮਾਈ। ਜਿਹੜਾ ਮਾਲਕ ਪਰਮੇਸ਼ਰ ਸਾਰਿਆਂ 'ਚ ਸਮਾ ਰਿਹਾ, ਵਿਆਪਕ ਹੋ ਰਿਹਾ, ਬੰਦੇ ਦੀ ਆਸਾ ਨੂੰ ਛੱਡ ਦੇ ਵੀਰ ਬਣ ਕੇ। ਮਨ ਕੀ ਟੇਕ
बृथी सब जान, देवन को एक है भगवान। मेरे मन है मेरे मन, आसा कर जगदीश गुसाई। पृथ्वी दे मालक जगत दे ईश्वर परमेश्वर दी उम्मीद रखिया कर। जो बिना हर आस अवर काहू की जो जय। रब तो बगैर होर किसी देवी देवते या किसी बंदे दी आस उम्मीद करनी है, सा निफल आस सब बिरथी जाई। ਉਹ ਜਿਹੜੀ ਆਸ ਉਮੀਦ ਹੈ ਸਾਰੀ ਵਿਅਰਥ ਚਲੀ ਜਾਂਦੀ ਹੈ। ਉਸ ਦੇਵੀ ਦੇਵਤਿਆਂ ਦੀ ਆਸਾ ਕਰਨ ਵਾਲੀ ਪੁਰਖ ਦੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਤੇ ਮਨੁੱਖਾ ਜੀਵਨ ਵੀ ਨਿਸਫਲ ਚਲਿਆ ਜਾਂਦਾ। ਉਹ ਆਸਾ ਵੀ ਨਿਸਫਲ, ਸਾਰੀ ਕਮਾਈ ਵੀ ਫਜ਼ੂਲ ਜਾਂਦੀ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜਿਨਨੇ ਧਰਨਾ ਹੈ ਉਹ ਸਤਿਗੁਰੂ ਨਾਨਕ ਦੇਵ ਜੀ ਨੂੰ ਗੁਰੂ ਧਾਰੇ। ਵੇਖੋ ਧਰੂ ਪ੍ਰਹਿਲਾਦ ਨੇ ਵੀ ਮਹਾਰਾਜ ਨੂੰ ਗੁਰੂ ਧਾਰਿਆ ਹੈ। ਜੋ ਦਿਸੈ ਮਾਇਆ ਮੋਹ ਕੁਟੰਬ ਸਭ। ਜੋ ਮਾਇਆ ਦੇ ਮੋਹ ਤੇ ਸਾਰੇ ਪਰਿਵਾਰ ਜਾਂ ਇਸਤਰੀ ਆਦਿਕ ਦੇ ਮੋਹ 'ਚ ਫਸਿਆ ਹੋਇਆ ਦਿਖਦਾ ਹੈ। ਮਾਤਾ ਤਿਸ ਕੀ ਆਸ ਲਗ ਜਨਮ ਗਵਾਈ। ਮਤਾ ਭੁੱਲ ਕੇ ਵੀ ਉਹਦੀ ਉਮੀਦ ਚਲਾ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਣਾ ਕਰੀ। ਜਿਹੜਾ ਬੰਦਾ ਆਪ ਮੋਹ 'ਚ ਫਸਿਆ ਉਹ ਤੈਨੂੰ ਕੀ ਦੇਵੇਗਾ। ਇਨ ਕੈ ਕਿਛ ਹਾਥ ਨਹੀਂ। ਇਹਨਾਂ ਸੰਬੰਧੀਆਂ ਦੇ ਹੱਥ ਵਿੱਚ, ਇਹਨਾਂ ਦੇਵੀ ਦੇਵਤਿਆਂ, ਇਹਨਾਂ ਬੰਦਿਆਂ ਦੇ ਹੱਥ ਵਿੱਚ ਕੁਛ ਵੀ ਨਹੀਂ ਹੈ। ਕਹਾਂ ਕਰ ਹੈ ਇਹ ਬਪੜੇ। ਇਹ ਵਿਚਾਰੇ ਸੰਬੰਧੀ ਕਰ ਵੀ ਕੀ ਸਕਦੇ ਹਨ। ਇਨ ਕਾ ਵਾਹਿਆ ਕਾਸਨ ਵਸਾਈ। ਇਹਨਾਂ ਦਾ ਚਲਾਇਆ ਕੁਝ ਵੀ ਵਸ ਨਹੀਂ ਚੱਲਦਾ। ਮੇਰੇ ਮਨ ਐ ਮੇਰਿਆ ਮਨ, ਆਸ ਕਰ ਹਰ ਪ੍ਰੀਤਮ ਆਪਣੇ ਕੀ। ਆਪਦੇ ਉਸ ਪਿਆਰੇ ਪਰਮੇਸ਼ਰ ਦੀ ਉਮੀਦ ਕਰ ਜੋ ਤੁਝ ਤਾਰੈ। ਜੋ ਤੈਨੂੰ ਵੀ ਸੰਸਾਰ ਸਮੁੰਦਰ ਤੋਂ ਤਾਰੇਗਾ। ਤੇਰਾ ਕੁਟੰਬ ਸਭ ਛਡਾਈ। ਤੇਰਾ ਟੱਬਰ ਟੋਰ ਪਰਿਵਾਰ ਵੀ ਜਮਨ ਮਨ ਦੇ ਦੁੱਖ ਜਾਂ ਜਮਾਂ ਤੋਂ ਛੁਡਾ ਲਵੇਗਾ। ਜੇ ਕਿਸ ਆਸ ਅਵਰ ਕਰਹਿ ਪਰ ਮਿੱਤਰੀ। ਸੋ ਜੇ ਤੂੰ ਕਿਸੇ ਪਰਾਏ ਮਿੱਤਰਾਂ ਦੀ ਜਾਂ ਦੇਵੀ ਦੇਵਤਿਆਂ ਨੂੰ ਮਿੱਤਰਾਂ ਦੀ ਜਾਂ ਮਾਇਕੀ ਪਦਾਰਥਾਂ ਨੂੰ ਮਿੱਤਰਾਂ ਦੀ ਹੋਰ ਉਮੀਦ ਕਰੇਗਾ, ਮਤ ਤੂੰ ਜਾਣ ਤਾਂ ਹੈ ਤੂੰ ਮਤਾ ਜਾਣੀ ਤੇਰਾ ਕਿਤਾ ਕੰਮ ਆਈ। ਕਿ ਉਹ ਆਸ ਤੇਰੇ ਕਿਸੇ ਕੰਮ ਆਵੇਗੀ, ਭਾਵ ਤੇਰੇ ਕਿਸੇ ਕੰਮ ਨਹੀਂ ਆਵੇਗੀ। ਇਹ ਆਸ ਪਰ ਮਿੱਤਰੀ ਭਾਉ ਦੂਜਾ ਹੈ। ਜੋ ਇਹ ਪਰਾਏ ਮਿੱਤਰ ਜਾਂ ਪਰਾਏ ਸੰਬੰਧੀ ਜਾਂ ਪਰਾਈ ਮਾਇਆ ਜਾਂ ਪਰਾਈ ਦੇਵੀਆਂ ਰੂਪ ਮਿੱਤਰਾਂ ਦੀ ਉਮੀਦ ਕਰਨੀ ਹੈ, ਇਹ ਦੁਐਤ ਭਾਵ ਹੀ ਹੈ। ਦੁਐਤ ਭਾਵ ਨੂੰ ਪੈਦਾ ਕਰਨ ਵਾਲੀ ਸਾਰੇ ਸੰਬੰਧੀ ਦੇਵੀ ਦੇਵਤੇ ਰੂ ਮਿੱਤਰ ਜਾਂ ਮਾਇਆ ਰਚਿਤ ਮਿਥਿਆ ਪਦਾਰਥ ਕਹਿਨ ਮਹਿ ਝੂਠਾ। ਇਹ ਸਭ ਝੂਠ ਨੇ ਇੱਕ ਖਿਣ ਦੇ ਵਿੱਚ ਹੀ। ਬੇਨਸ ਸਭ ਜਾਈ। ਸਭ ਨਾਸ਼ ਹੋ ਜਾਣਗੇ, ਕਿਸੇ ਨੇ ਵੀ ਕਾਲ ਤੋਂ ਤੇਰੀ ਸਹਾਇਤਾ ਬਚਾ ਨਹੀਂ ਕਰਨਾ। ਮੇਰੇ ਮਨ ਇਹ ਮੇਰੇ ਪਿਆਰੇ ਮਨ ਜਾਂ ਹੇ ਜੀਵ, ਆਸਾ ਕਰ ਹਰ ਪ੍ਰੀਤਮ ਸਾਚੇ ਕੀ। ਤੂੰ ਪਿਆਰੇ ਸੱਚੇ ਹਰੇ ਪਰਮੇਸ਼ਰ ਵਾਹਿਗੁਰੂ ਦੀ ਆਸ ਉਮੀਦ ਕਰ। ਜੋ ਤੇਰਾ ਘਾਲਿਆ ਜੋ ਤੇਰਾ ਕਮਾਇਆ ਹੋਇਆ ਸਾਧਨ, ਕੀਤੀ ਸੇਵਾ, ਪੜੀ ਬਾਣੀ, ਸਭ ਥਾਏ ਪਾਈ। ਸਾਰਾ ਲੇਖੇ ਚ ਪਾ ਲਵੇਗਾ। ਇਉਂ ਰੱਬ ਜੀ ਦੀ ਅੱਗੇ ਬੇਨਤੀ ਕਰ। ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ। ਇਹ ਮੇਰੇ ਮਾਲਕ ਵਾਹਿਗੁਰੂ, ਦੀਰਘ ਕਾਲ ਤੱਕ ਪਦਾਰਥਾਂ ਦੀ ਪ੍ਰਾਪਤੀ ਦੀ ਆਸਾ ਤੇ ਪਲ ਪਲ ਸਮੇਂ ਵਿੱਚ ਨਵੀਂ ਤੋਂ ਨਵੀਂ ਮਨਸਾ ਜੋ ਵਾਸ਼ਨਾ ਫੁਰਨੀ ਹੈ, ਬੁੱਧੀ ਦੇ ਅੰਦਰ ਪਦਾਰਥਾਂ ਦੀ ਜੋ ਤੇਰੀ ਆਸਾ ਹੈ। ਜੈ
ਜੈਸੀ ਤੂੰ ਆਸ ਕਰਾਵਹਿ। ਜੀਵਾਂ ਨੂੰ ਇਹ ਆਪ ਜੀ ਦੀ ਲਗਾਈ ਹੋਈ ਹੈ, ਜਿਹੋ ਜਿਹੀ ਤੂੰ ਆਪ ਜੀਵਾਂ ਪਾਸੋਂ ਆਸ ਉਮੀਦ ਕਰਾਉਂਦਾ ਹੈ, ਤੈਸੀ ਕੋ ਆਸ ਕਰਾਈ। ਇਹੋ ਜਿਹੀ ਕੋਈ ਆਸ ਉਮੀਦ ਕਰਦਾ ਹੈ, ਤੂੰ ਜੀਵਾਂ ਦੀ ਵਾਸ਼ਨਾ ਅਨੁਸਾਰ ਇਹੋ ਜਿਹੀ ਅੰਦਰ ਆਸਾ ਕਰਾਉਂਦਾ ਹੈ। ਇਸ ਲਈ ਅਰਦਾਸ ਕਰੀਏ ਕਿ ਚੰਗੀ ਆਸਾ ਵਾਹਿਗੁਰੂ ਦੇ ਨਾਮ ਦੀ ਸੇਵਾ ਸਿਮਰਨ ਦੀ, ਵਾਹਿਗੁਰੂ ਦੀ ਪ੍ਰਾਪਤੀ ਦੀ ਸਾਡੇ ਮਨ ਵਿੱਚ ਲੱਗੇ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਵ ਕਰੇ ਚਾਤਰ ਕੀ ਨਿਆਈ। ਤ੍ਰਿਖ ਨ ਉਤਰੈ ਸਾਤ ਨ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਕਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਕੈਸਾ ਕਿਸੀ ਕੈ ਹਾਥ ਨਾਹੀ ਮੇਰੇ ਸੁਆਮੀ। ਇਉਂ ਬੇਨਤੀ ਕਰ, ਹੀ ਮੇਰੇ ਮਾਲਕ ਵਾਹਿਗੁਰੂ, ਕਿਸੇ ਦੇ ਹੱਥ ਅਧੀਨ ਕੁਝ ਵੀ ਨਹੀਂ ਹੈ। ਐਸੀ ਮੇਰਾ ਸਤਿਗੁਰ ਬੋਝ ਬੁਝਾਈ। ਮੇਰੇ ਸੱਚੇ ਗੁਰਾਂ ਨੇ ਮੈਨੂੰ ਅਜੇ ਹੀ ਸਮਝ ਸਿੱਖਿਆ ਸਮਝਾਈ ਹੈ ਕਿ ਸਭ ਕੁਝ ਰੱਬ ਦੇ ਹੱਥ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁਝੈ, ਤਾਂ ਹਉਮੈ ਕਹੈ ਨਾ ਕੋਏ। ਜਾਨ ਨਾਨਕ ਕੀ ਆਸ ਤੂੰ ਜਾਣ ਹੈ। ਸਤਿਗੁਰੂ ਜੀ ਕਥਨ ਕਰਦੇ, ਹੇ ਪਰਮੇਸ਼ਰ, ਸਾਡੇ ਦਾਸਾਂ ਦੀ ਆਸ ਉਮੀਦ ਨਾ ਤੂੰ ਆਪ ਹੀ ਜਾਣਦਾ ਹੈ। ਹਰ ਦਰਸ਼ਨ ਦੇਖ। ਹੇ ਹਰੀ ਪਰਮੇਸ਼ਰ, ਅਸੀਂ ਆਪ ਜੀ ਦੇ ਦਰਸ਼ਨ ਦਿਦਾਰੇ ਵੇਖਣਾ ਚਾਹੁੰਦੇ ਹਾਂ। ਹਰ ਦਰਸ਼ਨ ਤ੍ਰਿਪਤਾਈ। ਕਿਉਂਕਿ ਹੇ ਹਰੀ ਪਰਮੇਸ਼ਰ, ਆਪ ਜੀ ਦੇ ਦਰਸ਼ਨ ਦਿਦਾਰੇ ਕਰਕੇ ਹੀ ਸਾਡਾ ਚਿੱਤ ਤ੍ਰਿਪਤ ਹੁੰਦਾ। ਹੇ ਰੱਬ ਜੀ, ਜਦ ਆਪ ਜੀ ਦੇ ਸਰਗੁਣ ਸਰੂਪ ਦਾ ਦਰਸ਼ਨ ਪ੍ਰਤੱਖ ਨੇਤਰਾਂ ਨੂੰ ਸਫਲ ਕਰਨ ਵਾਸਤੇ ਵੇਖੀਏ, ਤਾਂ ਹੇ ਪਰਮੇਸ਼ਰ, ਆਪ ਜੀ ਦਾ ਦੀਦਾਰ ਮਨ ਬਦਰੂਪ ਨੇਤਰਾਂ ਨਾਲ ਵੇਖਣਾ ਕਰੀਏ, ਤਾਂ ਹੀ ਆਤਮਿਕ ਤ੍ਰਿਪਤੀ ਆਉਂਦੀ ਹੈ। ਇੱਥੇ ਸ਼ਬਦ ਸੰਪੂਰਨ ਹੋਇਆ ਹੈ ਜੀ। ਭੁੱਲ ਚੋ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਕੈਸਾ ਕਿਸੇ ਕੈ ਹੱਥ ਨਾਹੀ ਮੇਰੇ ਸੁਆਮੀ। ਐਸੀ ਮੇਰਾ ਸਤਿਗੁਰ ਬੋਝ ਬੁਝਾਈ। ਜਾਨ ਨਾਨਕ ਕੀ ਆਸ ਤੂੰ ਜਾਣ ਹੈ। ਹਰ ਦਰਸ਼ਨ ਦੇਖ, ਹਰ ਦਰਸ਼ਨ ਤ੍ਰਿਪਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।